ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਜੁੜ ਚੁੱਕੇ ਹੋ ਇਸ ਸ਼ਾਮ ਦੀ ਗੁਰਮਤਿ ਕਲਾਸ ਦੇ ਵਿੱਚ, ਜਿਸ ਵਿੱਚ ਆਪਾਂ ਸਤਿਗੁਰਾਂ ਦੀ ਦਇਆ ਸਦਕਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਸ੍ਰੀ ਜਾਪ ਸਾਹਿਬ ਦੀ ਸੰਥਿਆ ਅਤੇ ਵਿਚਾਰ ਕਰ ਰਹੇ ਹਾਂ। ਸੋ ਸਾਧ ਸੰਗਤ ਜੀ, ਆਪਾਂ ਹੁਣ ਤੱਕ 73 ਜਿਹੜੇ ਬੰਦ ਹਨ ਉਹ ਵਿਚਾਰ ਚੁੱਕੇ ਹਾਂ। ਅੱਜ ਆਪਾਂ 74ਵਾਂ ਬੰਦ ਜਿਹੜਾ ਹੈ ਇੱਥੋਂ ਆਰੰਭਤਾ ਕਰਨੀ ਹੈ। ਚਰਪਟ ਚਾਲ ਵਾਲਾ ਇਹ ਛੰਦ ਇੱਥੋਂ ਆਰੰਭ ਹੋਏਗਾ। ਕੱਲ ਆਪਾਂ ਇਹਦਾ ਮੂਲ ਪਾਠ ਜਿਹੜਾ ਉਹ ਕਰ ਲਿਆ ਸੀ। ਅੱਜ ਆਪਾਂ ਇਸ ਛੰਦ ਦੀ ਵਿਚਾਰ ਕਰਕੇ ਫਿਰ ਅੱਗੇ ਚੱਲਣਾ ਹੈ। ਸੋ ਆਪ ਸਭ ਸੰਗਤ ਜਿਹੜੇ ਜੁੜ ਚੁੱਕੇ ਹੋ, ਸਭ ਦਾ ਧੰਨਵਾਦ। ਸੋ ਆਪਾਂ ਇਸ ਛੰਦ ਦੀ ਜਿਹੜੀ ਹੈ ਉਹ ਆਰੰਭਤਾ ਕਰਦੇ ਹਾਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਚਰਪਟ ਛੰਦ ਤਵ ਪ੍ਰਸਾਦ। ਚਰਪਟ ਚਾਲ ਵਾਲਾ ਇਹ ਛੰਦ ਹੈ। ਤਵ ਪ੍ਰਸਾਦ ਭਾਵ ਹੈ ਅਕਾਲ ਪੁਰਖ ਪਰਮੇਸ਼ਵਰ ਜੀ, ਆਪ ਜੀ ਦੀ ਕਿਰਪਾ ਦੇ ਨਾਲ ਉਚਾਰਨ ਕਰਦਾ ਹਾਂ। ਸਤਿਗੁਰੂ ਬਖਸ਼ਿਸ਼ ਕਰਦੇ, ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ, ਅਖਲ ਜੋਗੇ ਅਚਲ ਭੋਗੇ। ਅੰਮ੍ਰਿਤ ਕਰਮੇ, ਇਹ ਪਰਮੇਸ਼ਵਰ ਜੀ, ਆਪ ਜੀ ਦੇ ਜਿਹੜੇ ਕਰਮ ਹਨ, ਜੋ ਵੀ ਆਪ ਜੀ ਕੰਮ ਕਰਦੇ ਹੋ, ਜੋ ਆਪ ਜੀ ਨੇ ਕੰਮ ਕੀਤੇ ਹਨ, ਜੋ ਆਪ ਜੀ ਅੱਗੇ ਚੱਲ ਕੇ ਕੰਮ ਕਰੋਗੇ, ਉਹ ਸਾਰੇ ਹੀ ਕਰਮ ਜਿਹੜੇ ਹਨ ਅੰਮ੍ਰਿਤ, ਖਤਮ ਨਾ ਹੋਣ ਵਾਲੇ ਹਨ, ਅਮਰ ਹਨ। ਉਹ ਕੰਮ ਜਿਹੜੇ ਵੀ ਤੁਸੀਂ ਕਰਦੇ ਹੋ ਕਾਰਜ, ਉਹ ਸਾਰੇ ਕੰਮ ਅਮਰ ਹਨ। ਅੰਮ੍ਰਿਤ ਕਰਮੇ, ਤੁਹਾਡੇ ਜਿੰਨੇ ਵੀ ਕਰਮ ਹਨ ਉਹ ਅੰਮ੍ਰਿਤ, ਖਤਮ ਨਾ ਹੋਣ ਵਾਲੇ ਹਨ। ਅੰਮ੍ਰਿਤ ਭਾਵ ਮ੍ਰਿਤ ਤੋਂ ਬਿਨਾਂ, ਖਤਮ ਨਾ ਹੋਣ ਵਾਲੇ। ਅੰਮ੍ਰਿਤ ਕਰਮੇ, ਤੁਹਾਡੇ ਜਿਹੜੇ ਕੰਮ ਹਨ ਉਹ ਅਮਰ ਹਨ। ਅੰਮ੍ਰਿਤ ਧਰਮੇ, ਇਹ ਪਰਮੇਸ਼ਵਰ ਜੀ, ਅੰਮ੍ਰਿਤ, ਬ੍ਰਿਤ ਦਾ ਅਰਥ ਹੁੰਦਾ ਹੈ ਰੋਕਣਾ, ਵ੍ਰਿਤ ਰੋਕ ਦੇਣਾ। ਇਹ ਪਰਮੇਸ਼ਵਰ ਜੀ ਤੇ ਸ਼ਬਦ ਅੰਮ੍ਰਿਤ ਹੈ। ਅੰਮ੍ਰਿਤ ਦਾ ਅਰਥ ਹੈ ਬਿਨਾਂ ਰੋਕ ਤੋਂ। ਪਰਮੇਸ਼ਵਰ ਜੀ, ਤੁਹਾਡਾ ਜਿਹੜਾ ਧਰਮ ਰੂਪੀ ਨਿਯਮ ਹੈ ਨਾ, ਧਰਮ ਦਾ ਅਰਥ ਹੈ ਨਿਯਮ, ਕਾਨੂੰਨ, ਹੁਕਮ ਜੋ ਚੱਲ ਰਿਹਾ ਪਰਮੇਸ਼ਵਰ ਦਾ, ਉਹ ਸਾਰਾ ਉਹਦਾ ਜਿਹੜਾ ਧਰਮ ਹੈ ਨਾ, ਉਹਦਾ ਕਾਰੋਬਾਰ, ਉਹਨੂੰ ਕੋਈ ਰੋਕ ਨਹੀਂ ਸਕਦਾ। ਜਿੰਨਾ ਵੀ ਉਹ ਕਾਰਜ ਕਰ ਰਿਹਾ, ਅਕਾਲ ਪੁਰਖ ਪਰਮਾਤਮਾ ਜਿੰਨਾ ਵੀ ਕਾਰਜ ਕਰ ਰਿਹਾ ਹੈ, ਉਹਦਾ ਕੰਮ ਅਟੱਲ ਹੈ ਤੇ ਉਹਦੇ ਵਿੱਚ ਕੋਈ ਰੋਕ ਨਹੀਂ ਪਾ ਸਕਦਾ। ਜਿਹੜਾ ਵੀ ਉਹ ਕਾਰਜ ਕਰਦਾ ਹੈ, ਜਿਹੜੇ ਵੀ ਨਿਯਮ ਬਣਾਉਂਦਾ ਹੈ, ਜਿਨ੍ਹਾਂ ਉੱਤੇ ਸੰਸਾਰ ਦੇ ਜੀਵ ਚੱਲਦੇ ਹਨ, ਉਹ ਅੰਮ੍ਰਿਤ ਹੈ, ਉਹਨੂੰ ਕੋਈ ਰੋਕ ਨਹੀਂ ਸਕਦਾ। ਕੋਈ ਵੀ ਉਹਦੇ ਕੰਮ ਦੇ ਵਿੱਚ ਅੜਚਨ ਨਹੀਂ ਪੈਦਾ ਕਰ ਸਕਦਾ। ਅਖਲ ਜੋਗੇ ਅਚਲ ਭੋਗੇ, ਇਹ ਪਰਮੇਸ਼ਵਰ ਜੀ, ਤੂੰ ਸਾਰੇ ਜਗਤ ਚ ਮਿਲਿਆ ਹੋਇਆ ਹੈ। ਅਖਲ ਜੋਗੇ, ਰਲਿਆ ਹੋਇਆ, ਜੋਗੇ ਦਾ ਅਰਥ ਰਲਿਆ ਹੋਇਆ, ਮੇਲ ਸੁਮੇਲ। ਅਖਲ ਭਾਵ ਇਹ ਪਰਮੇਸ਼ਵਰ ਜੀ ਸਾਰੇ ਜਗਤ ਦੇ ਵਿੱਚ, ਸਾਰਾ ਜਿੰਨਾ ਵੀ ਪਸਾਰਾ ਹੈ, ਮੁਕੰਮਲ ਪਸਾਰੇ ਦੇ ਵਿੱਚ ਤੁਸੀਂ ਰਲੇ ਹੋਏ ਹੋ। ਅਖਲ ਜੋਗੇ ਅਚਲ ਭੋਗੇ, ਅਚਲ ਦਾ ਅਰਥ ਹੈ ਸਦਾ ਕਾਇਮ ਰਹਿਣ ਵਾਲਾ। ਇਹ ਪਰਮੇਸ਼ਵਰ ਜੀ, ਤੁਹਾਡੀ ਜਿਹੜੀ ਹਕੂਮਤ ਹੈ, ਤੁਹਾਡਾ ਜਿਹੜਾ ਰਾਜ ਹੈ, ਉਹ ਸਦਾ ਹੈ। ਭੋਗ ਦਾ ਅਰਥ ਹਕੂਮਤ, ਰਾਜ, ਜਿਹੜਾ ਭੋਗ ਰਿਹਾ ਹੈ ਪਰਮੇਸ਼ਵਰ। ਆਪ ਜੀ ਦਾ ਜਿਹੜਾ ਰਾਜ ਹੈ ਪਰਮੇਸ਼ਵਰ ਜੀ, ਅਕਾਲ ਪੁਰਖ ਜੀ, ਉਹ ਅਚਲ ਹੈ, ਉਹ ਕਦੇ ਡੋਲਦਾ ਨਹੀਂ। ਸਦੀ ਤੁਸੀਂ ਸਦੀਵੀ ਤੌਰ ਦੇ ਉੱਤੇ ਸਥਿਰ ਹੋ। ਅਚਲ ਰਾਜੇ ਅਟਲ ਸਾਜੇ, ਇਹ ਪਰਮੇਸ਼ਵਰ ਜੀ ਵਾਹਿਗੁਰੂ। ਅਚਲ ਰਾਜੇ ਅਟਲ ਸਾਜੇ, ਇਹ ਪਰਮੇਸ਼ਵਰ ਅਕਾਲ ਪੁਰਖ ਜੀ, ਤੁਸੀਂ ਜਿੰਨਾ ਵੀ ਪਸਾਰਾ ਬਣਾਇਆ ਹੋਇਆ ਹੈ, ਜਿੰਨਾ ਵੀ ਕੁਛ ਸਾਜਿਆ ਹੋਇਆ ਹੈ, ਉਹ ਅਟਲ ਹੈ। ਤੇਰਾ ਰਾਜ ਜਿਹੜਾ ਉਹ ਅਚਲ ਹੈ। ਰਾਜੇ ਦਾ ਅਰਥ ਰਾਜ, ਤੇਰੀ ਰਚਨਾ। ਤੇਰੀ ਰਚਨਾ ਪਰਮੇਸ਼ਵਰ ਅਚਲ ਹੈ, ਇਹ ਹਿਲਦੀ ਨਹੀਂ ਹੈ, ਟਿਕੀ ਹੋਈ ਹੈ ਰਚਨਾ, ਇਹ ਕੋਈ ਖਤਮ ਨਹੀਂ ਕਰ ਸਕਦਾ। ਹਾਂ, ਜੇ ਤੂੰ ਚਾਹਵੇਂ ਤੇ ਖਤਮ ਕਰ ਸਕਦਾ, ਹੋਰ ਕੋਈ ਇਹਨੂੰ ਖਤਮ ਨਹੀਂ ਕਰ ਸਕਦਾ। ਅਚਲ ਰਾਜੇ ਅਟਲ ਸਾਜੇ, ਅਟਲ ਇਹ ਪਰਮੇਸ਼ਵਰ
ਤੇਰਾ ਜਿਹੜਾ ਹੁਕਮ ਹੈ ਉਹ ਅਟਲ ਹੈ। ਸਾਰੀ ਰਚਨਾ, ਸਾਰੀ ਸ੍ਰਿਸ਼ਟੀ ਤੂੰ ਆਪਣੇ ਹੁਕਮ ਦੇ ਵਿੱਚ ਮੁਕੰਮਲ ਤੌਰ ਤੇ ਬਣਾਈ ਹੋਈ ਹੈ। ਅਚਲ ਸਾਜੇ, ਸਾਰਿਆਂ ਨੂੰ ਤੂੰ ਐਸਾ ਸਾਜਿਆ ਹੋਇਆ ਹੈ ਕਿ ਇਹ ਅਟਲ ਹਨ। ਤੇਰੀ ਰਚਨਾ ਅਟਲ ਹੈ, ਤੇਰਾ ਰਾਜ ਜਿਹੜਾ ਉਹ ਅਚਲ ਹੈ। ਅਖਲ ਧਰਮੰ, ਇਹ ਪਰਮੇਸ਼ਵਰ ਜੀ ਤੇਰਾ ਜਿਹੜਾ ਤੇਰਾ ਹੁਕਮ ਹੈ ਨਾ, ਜਿਹੜਾ ਤੇਰਾ ਨਿਯਮ ਹੈ, ਜਿਹੜਾ ਤੂੰ ਨਿਯਮ ਬਣਾਇਆ ਹੋਇਆ ਹੈ, ਉਹ ਅਖਲ ਹੈ। ਭਾਵ ਉਹ ਕੋਈ ਖਤਮ ਨਹੀਂ ਕਰ ਸਕਦਾ, ਬਦਲ ਨਹੀਂ ਸਕਦਾ ਤੇਰੇ ਹੁਕਮ, ਉਹਦੇ ਵਿੱਚ ਕੋਈ ਉਕਾਈ ਨਹੀਂ ਕਰ ਸਕਦਾ। ਮੁਕੰਮਲ ਹੈ ਤੇਰਾ ਹੁਕਮ ਜਿਹੜਾ ਤੂੰ ਵਰਤ ਰਿਹਾ ਨਾ। ਧਰਮ ਦਾ ਅਰਥ ਇੱਥੇ ਹੁਕਮ ਕਰਨਾ ਹੈ, ਨਿਯਮ ਕਰਨਾ ਹੈ। ਜਿਵੇਂ ਪਰਮੇਸ਼ਵਰ ਨੇ ਹਰ ਚੀਜ਼ ਦੇ ਵਿੱਚ ਇੱਕ ਨਿਯਮ ਰੱਖਿਆ ਹੈ। ਅੱਗ ਦਾ ਨਿਯਮ ਕੀ ਹੈ? ਸਾੜਨਾ। ਪਾਣੀ ਦਾ ਨਿਯਮ ਕੀ ਹੈ? ਡੋਬਣਾ ਜਾਂ ਨਿਵਾਣ ਵੱਲ ਨੂੰ ਵਹਿਣਾ। ਇਸੇ ਤਰ੍ਹਾਂ ਜਿਹੜਾ ਬ੍ਰਹਿਮੰਡ ਆ ਉਹ ਵੀ ਟਿਕਿਆ ਹੋਇਆ ਹੈ ਇੱਕ ਜਗ੍ਹਾ ਦੇ ਉੱਤੇ, ਆਪਣੇ ਆਪਣੇ ਨਿਯਮ ਦੇ ਵਿੱਚ ਹੈ, ਪਰਮੇਸ਼ਵਰ ਦੇ ਭਾਅ ਦੇ ਵਿੱਚ ਹੈ, ਜਿਵੇਂ ਜਿਵੇਂ ਉਹਨੂੰ ਪਰਮੇਸ਼ਵਰ ਨੇ ਖਿਲਾਰਿਆ ਹੈ। ਪਰਮੇਸ਼ਵਰ ਜੀ ਤੇਰਾ ਹੁਕਮ ਹੈ, ਇਹ ਤੇਰਾ ਧਰਮ ਹੈ, ਤੇ ਇਹ ਜਿਹੜਾ ਧਰਮ ਹੈ ਤੇਰਾ, ਇਹ ਅਖਲ ਹੈ, ਇਹ ਮੁਕੰਮਲ ਹੈ, ਇਹਨੂੰ ਕੋਈ ਬਦਲ ਨਹੀਂ ਸਕਦਾ। ਅਖਲ ਧਰਮੰ, ਅਖਲ ਅਲੱਖ ਕਰਮ। ਇਹ ਪਰਮੇਸ਼ਵਰ ਜੀ ਜਿਹੜੇ ਤੇਰੇ ਕੰਮ ਹਨ ਉਹਨਾਂ ਦਾ ਥਾਂ ਨਹੀਂ ਪਾਇਆ ਜਾ ਸਕਦਾ। ਅਲੱਖ ਭਾਵ ਖਾਸ ਚਿੰਨ੍ਹਾਂ ਤੋਂ ਬਿਨਾਂ। ਪਰਮੇਸ਼ਵਰ ਜੀ ਜਿਹੜੇ ਤੇਰੇ ਕਰਮ ਹਨ ਉਹ ਕਿਸੇ ਤਰ੍ਹਾਂ ਦੇ ਕੋਈ ਥੋ ਨਹੀਂ ਪਾ ਸਕਦਾ, ਕੋਈ ਉਹਦਾ ਚਿੰਨ੍ਹ, ਕੋਈ ਨਿਸ਼ਾਨ ਨਹੀਂ ਲੱਭ ਸਕਦਾ। ਜਿਹੜੇ ਵੀ ਤੁਸੀਂ ਕਰਮ ਕਰਦੇ ਹੋ ਉਹਨਾਂ ਦਾ ਤੁਹਾਨੂੰ ਹੀ ਪਤਾ ਹੈ, ਹੋਰ ਕੋਈ ਇਹਨਾਂ ਨੂੰ ਜਾਣ ਨਹੀਂ ਸਕਦਾ। ਅਖਲ ਧਰ ਕਰਮੰ, ਸਰਬੰਗ ਦਾਤਾ, ਸਰਬੰਗ ਗਿਆਤਾ। ਇਹ ਪਰਮੇਸ਼ਵਰ ਜੀ ਤੁਸੀਂ ਸਾਰੇ ਜੀਵਾਂ ਦੇ ਦਾਤੇ ਹੋ, ਕਿਉਂਕਿ ਸਭ ਨੂੰ ਆਪ ਜੀ ਦਿੰਦੇ ਹੋ, ਇਸ ਕਰਕੇ ਸਾਰਿਆਂ ਦੇ ਆਪ ਜੀ ਦਾਤੇ ਹੋ। ਸਰਬੰਗ ਗਿਆਤਾ, ਤੇ ਸਾਰਿਆਂ ਨੂੰ ਆਪ ਜੀ ਜਾਣਨ ਵਾਲੇ ਹੋ, ਸਾਰਿਆਂ ਦੇ ਹਿਰਦਿਆਂ ਦੇ ਵਿੱਚ। ਸਰਬੰਗ ਗਿਆਤਾ, ਦਿਲਾਂ ਦੀ ਜਾਣਨ ਵਾਲੇ ਹੋ। ਸਰਬੰਗ ਭਾਨੇ, ਪਰਮੇਸ਼ਵਰੀ ਸਾਰਿਆਂ ਨੂੰ ਰੋਸ਼ਨੀ ਦੇਣ ਵਾਲੇ ਸੂਰਜ ਹੋ ਤੁਸੀਂ। ਭਾਨੇ ਦਾ ਅਰਥ ਹੁੰਦਾ ਸੂਰਜ। ਤੁਸੀਂ ਰੋਸ਼ਨੀ ਦੇਣ ਵਾਲੇ ਸੂਰਜ ਹੋ, ਤੁਸੀਂ ਸਾਰੇ ਸੰਸਾਰ ਨੂੰ ਰੋਸ਼ਨੀ ਦਿੰਦੇ ਹੋ, ਕਿਉਂਕਿ ਉਸ ਪਰਮੇਸ਼ਰ ਦੀ ਜੀਵ ਸਤਾ ਸਾਡੇ ਅੰਦਰ ਹੈ, ਇਸ ਕਰਕੇ ਉਹ ਰੋਸ਼ਨੀ ਵੀ ਸਾਨੂੰ ਉਹੀ ਦੇ ਰਿਹਾ ਹੈ। ਸਰਬੰਗ ਭਾਨੇ, ਸਰਬੰਗ ਮਾਨੇ, ਤੇ ਸਾਰੇ ਜੀਵ ਤੇਰੀ ਪੂਜਾ ਕਰਦੇ ਆ, ਤੇਰੇ ਅੱਗੇ ਝੁਕਦੇ ਹਨ, ਤੈਨੂੰ ਮਾਣ ਸਤਿਕਾਰ ਦਿੰਦੇ ਹਨ। ਸਰਬੰਗ ਮਾਨੇ। ਸਰਬੰਗ ਪ੍ਰਾਣੰ, ਇਹ ਪਰਮੇਸ਼ਵਰ ਜੀ ਤੁਸੀਂ ਪ੍ਰਾਣਾਂ ਦੇ ਆਸਰੇ ਹੋ, ਸਾਰਿਆਂ ਦੇ ਜਿੰਦ ਹੋ, ਸਾਰਿਆਂ ਦੀ। ਸਰਬੰਗ ਪ੍ਰਾਣੰ, ਸਰਬੰਗ ਤ੍ਰਾਣੰ, ਇਹ ਪਰਮੇਸ਼ਵਰੀ ਸਾਰਿਆਂ ਦੀ ਓਟ ਆਸਰਾ ਵੀ ਤੁਸੀਂ ਹੋ। ਤ੍ਰਾਣ ਦਾ ਅਰਥ ਓਟ, ਆਸਰਾ ਵੀ ਸਾਰਿਆਂ ਦਾ ਤੁਸੀਂ ਹੋ। ਸਰਬੰਗ ਤ੍ਰਾਣੰ, ਸਰਬੰਗ ਭੁਗਤਾ, ਸਰਬੰਗ ਜੁਗਤਾ। ਇਹ ਪਰਮੇਸ਼ਵਰ ਜੀ ਸਾਰੇ ਜੀਵ ਜਿਹੜੇ ਹਨ, ਸਭ ਜੀਵਾਂ ਦੇ ਉੱਤੇ ਤੇਰਾ ਹੀ ਹੁਕਮ ਚੱਲਦਾ ਹੈ। ਸਰਬੰਗ ਭੁਗਤਾ, ਸਰਬੰਗ ਜੁਗਤਾ, ਤੇ ਸਾਰਿਆਂ ਨੂੰ ਤੁਸੀਂ ਆਪਣੀ ਜੁਗਤੀ ਦੇ ਨਾਲ ਚਲਾ ਰਹੇ ਹੋ, ਆਪਣੇ ਹੁਕਮ ਦੇ ਅਨੁਸਾਰ ਚਲਾ ਰਹੇ ਹੋ। ਜੁਗਤਾ ਭਾਵ ਆਪ ਜੀ ਰਲੇ ਹੋਏ ਹੋ ਸਾਰਿਆਂ ਦੇ ਵਿੱਚ, ਸਾਰਿਆਂ ਦੇ ਵਿੱਚ ਸਮਾਏ ਹੋਏ ਹੋ। ਸਰਬੰਗ ਭੁਗਤਾ, ਆਪ ਜੀ ਚਲਾ ਰਹੇ ਹੋ ਆਪਣੇ ਹੁਕਮ ਅਨੁਸਾਰ, ਸਾਰਿਆਂ ਨੂੰ ਭੁਗਤ ਰਹੇ ਹੋ। ਜੀਵਾਂ ਨੂੰ ਜਿਹੋ ਜਿਹਾ ਕਰਮ ਕਹਿੰਦੇ, ਜੀਵ ਉਹੋ ਜਿਹਾ ਕਰਮ ਕਰਦੇ ਆ। ਸਰਬੰਗ ਭੁਗਤਾ, ਸਰਬੰਗ ਜੁਗਤਾ, ਸਾਰਿਆਂ ਨੂੰ ਪਰਮੇਸ਼ਵਰ ਜੀ ਆਪ ਜੀ ਯੁੱਧ ਦੇ ਵਿੱਚ ਲਾਇਆ ਹੈ, ਭਾਵ ਸਾਰਿਆਂ ਦੇ ਅੰਗ ਸੰਗ ਹੋ, ਸਾਰਿਆਂ ਦੇ ਵਿੱਚ ਆਪਣੇ ਮਿਲੇ ਹੋਏ ਹੋ ਤੁਸੀਂ। ਸਰਬੰਗ ਦੇਵੰ, ਸਰਬੰਗ ਭੇਵੰ, ਪਰਮੇਸ਼ਵਰ ਜੀ ਸਰਬੰਗ ਦੇਵੰ, ਤੁਸੀਂ ਪ੍ਰਕਾਸ਼ ਰੂਪ ਹੋ ਸਾਰਿਆਂ ਦੇ। ਸਰਬੰਗ ਦੇਵੰ, ਸਰਬੰਗ ਭੇਵੰ, ਇਹ ਪਰਮੇਸ਼ਵਰ ਜੀ ਸਾਰਿਆਂ ਦੇ ਦਿਲਾਂ ਦੇ ਭੇਤ ਤੁਸੀਂ ਜਾਣਨ ਵਾਲੇ ਹੋ। ਸਰਬੰਗ ਕਾਲੇ, ਸਰਬੰਗ ਪਾਲੇ, ਇਹ ਪਰਮੇਸ਼ਵਰ ਜੀ, ਇਹ ਅਕਾਲ ਪੁਰਖ ਜੀ, ਸਰਬੰਗ ਕਾਲੇ, ਸਾਰਿਆਂ ਨੂੰ ਨਾਸ਼ ਕਰਨ ਵਾਲੇ ਕਾਲ ਰੂਪ ਵੀ ਤੁਸੀਂ ਹੋ। ਸਰਬੰਗ ਪਾਲੇ, ਤੇ ਸਾਰਿਆਂ ਨੂੰ ਪਾਲਣ ਵਾਲੇ ਵੀ ਤੁਸੀਂ ਆਪ ਹੀ ਹੋ। ਸਾਰਿਆਂ ਨੂੰ ਤੁਸੀਂ ਪਾਲ ਰਹੇ ਹੋ, ਸਾਰਿਆਂ ਨੂੰ ਤੁਸੀਂ ਹੀ ਨਾਸ਼ ਕਰ ਰਹੇ ਹੋ। ਇਹ ਤੁਹਾਡਾ ਅਕਾਲ ਪੁਰਖ ਦੀ ਸੁਭਾਅ ਹੈ। ਤੋ ਅਗਲਾ ਜਿਹੜਾ ਛੰਦ ਹੈ, ਰੁਆਲ ਛੰਦ ਤੋ ਪ੍ਰਸਾਦ। ਰੁਆਲ ਛੰਦ, ਰੁਆਲ ਚਾਲ ਵਾਲਾ ਇਹ ਛੰਦ ਆਰੰਭ ਹੋਣ ਲੱਗਾ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਹਨ। ਸਭ ਤੋਂ ਪਹਿਲਾਂ ਆਪਾਂ ਮੂਲ ਪਾਠ ਕਰਾਂਗੇ, ਫਿਰ ਸੰਥਿਆ, ਫਿਰ ਵਿਚਾਰ ਕਰਾਂਗੇ। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਿਰਪਾ ਕਰਦੇ ਆ, ਇਸ ਰੁਆਲ ਛੰਦ ਦੇ ਅੰਦਰ ਆਦ ਰੂਪ, ਅਨਾਦ ਮੂਰਤ, ਅਜੋਨ ਪੁਰਖ ਅਪਾਰ, ਸਰਬ ਮਾਨ ਤ੍ਰਿਮਾਨ ਦੇਵ, ਅਭੇਵ ਆਦ ਉਦਾਰ, ਸਰਬ ਪਾਲਕ, ਸਰਬ ਕਾਲਕ, ਸਰਬ ਕੋ ਪੁਨ ਕਾਲ,
जतर ततर बिराजही अवधूत रूप रसाल। नाम ठाम ना जात जाकर रूप रंग ना रेख। आद पुरख उदार मूरत अजोन आद असेक। देश और ना भेस जाकर रूप रेख ना राग। यतर ततर दिशा विसा होए फैल्यो अनुराग। नाम काम विहीन पेखत धाम हूँ नह जाहे। सर्ब मान सर्वत्र मान सदैव मानत ताहे। एक मूरत अनेक दर्शन कीन रूप अनेक। खेल खेल अखेल खेलन अंत को फिर एक। देव भेव ना जानही जिह वेद और कतेब। रूप रंग ना जात पात सो जन ही कह जेब। आत्मात न जात जाकर जन्म मरण बहीन। चक्कर बक्कर फिरै चतर चक मन ही पुरतीन। लोक 14 के बिखै जग जप ही जिह जाप। आद देव अनाद मूरत थाप्यो सबै जिह थाप। परम रूप पुनीत मूरत पूर्ण पुरख अपार। सर्व विसव रचियो सुयम भव गणन भंजन हार। कालहीन कला संयुक्त अकाल पुरख आदेश। धर्म धाम सो भरम रहत अभूत अलख अभेस। अंग राग ना रंग जाकै जात पात ना नाम। गर्भ गंजन दुष्ट भंजन मुक्त दायक काम। आप रूप अमीक अनुस्तत एक पुरख अवतूत। गर्भ गंजन सर्ब भंजन आद रूप असूत। अंगहीन अभंग अनातम एक पुरख अपार। सर्ब लायक सर्ब कायक सर्ब को प्रतिपार। सर्ब गंता सर्ब हंता सर्ब ते अनपेक। सर्ब शास्त्र ना जानही जिह रूप रंग अर रेख। परम वेद पुराण जाकह नेत भाखत नित। कोट सिमरत प्राण शास्त्र ना आवही वह चित। सो सतगुरु ने गुरु गोबिंद सिंह महाराज ने बख्शिश किया है रुआल छंद। सतगुरां ने इस छंद के अंदर जो कृपा की है, पातशाह बख्शिश करते हैं। आद रूप अनाद मूरत अजोन पुरख अपार। परमेश्वर की लखियता बयान करते आ। अकाल पुरख बारे दसते हुए सतगुरु कहते आ कि वो जिहड़ा परमेश्वर है ना, आद रूप जिहदा आद तो शुरू तो जिसदी हस्ती आरंभ तो जिसदी हस्ती अनाद है। ਉਹਦਾ ਮੁੱਢ ਸ਼ੁਰੂ ਤੋਂ ਹੀ ਨਹੀਂ ਲੱਭਿਆ ਜਾ ਸਕਿਆ। ਪਤਾ ਨਹੀਂ ਕਿੰਨੇ ਕੁ ਉਹਦਾ ਮੁੱਢ ਲੱਭਣ ਲਈ ਤੁਰੇ ਸੀ ਤੇ ਹਜੇ ਤੱਕ ਉਹਦਾ ਮੁੱਢ ਨਹੀਂ ਲੱਭਿਆ ਗਿਆ ਕਿ ਪਰਮੇਸ਼ਵਰ ਕਿੱਥੋਂ ਸ਼ੁਰੂ ਹੁੰਦਾ ਹੈ ਤੇ ਕਿੱਥੇ ਖਤਮ ਹੁੰਦਾ ਹੈ। ਆਦ ਰੂਪ ਅਨਾਦ ਮੂਰਤ, ਉਹਦੀ ਮੂਰਤ ਜਿਹੜੀ ਅਨਾਦ ਹੈ, ਉਹਦਾ ਕੋਈ ਮੁੱਢ ਨਹੀਂ ਹੈ ਕਿ ਉਹ ਕਿੱਥੋਂ ਸ਼ੁਰੂ ਹੁੰਦੀ ਹੈ ਤੇ ਕਿੱਥੇ ਖਤਮ ਹੁੰਦਾ ਹੈ। ਪਰਮੇਸ਼ਵਰ ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ। ਅਜੋਨ ਦਾ ਅਰਥ ਹੈ ਬਿਨਾਂ ਜੋਨੀ ਤੋਂ। ਉਹ ਅਕਾਲ ਪੁਰਖ ਜੋਨ ਦੇ ਵਿੱਚ ਨਹੀਂ ਆਉਂਦਾ, ਜੋਨਾਂ ਦੇ ਵਿੱਚ ਨਹੀਂ ਆਉਂਦਾ। ਅਜੋਨ ਪੁਰਖ, ਫਿਰ ਪੁਰਖ ਰੂਪ ਹੈ ਸਾਰਿਆਂ ਦਾ, ਕਿਉਂਕਿ ਸਾਰਿਆਂ ਦਾ ਪਰਮੇਸ਼ਵਰ ਜਿਹੜਾ ਬਣਾਉਣ ਵਾਲਾ ਹੈ ਪੁਰਖ ਰੂਪ ਹੋ ਕਰਕੇ ਵਿੱਚ ਵਸਿਆ ਹੈ। ਪੁਰਖ ਅਪਾਰ, ਫਿਰ ਉਹ ਬੇਅੰਤ ਹੈ, ਵਿਆਪਕ ਹੈ, ਕਿਹਾ ਨਹੀਂ ਜਾ ਸਕਦਾ, ਐਸਾ ਹੈ ਉਹ ਅਕਾਲ ਪੁਰਖ। ਸਰਬਮਾਨ ਤ੍ਰਿਮਾਨ ਦੇਵ ਅਭੇਵ ਆਦ ਉਦਾਰ। ਸਰਬਮਾਨ, ਸਾਰੇ ਉਹਨੂੰ ਮੰਨਦੇ ਆ, ਸਾਰੇ ਉਹਦੇ ਅੱਗੇ ਝੁਕਦੇ ਆ, ਸਾਰੇ ਉਹਦੇ ਅੱਗੇ ਸੀਸ ਨਵਾਉਂਦੇ ਆ। ਤ੍ਰਿਮਾਨ ਦੇਵ, ਤੇ ਤਿੰਨਾਂ ਲੋਕਾਂ ਦੇ ਜਿਹੜੇ ਦੇਵ ਹਨ, ਤਿੰਨਾਂ ਲੋਕਾਂ ਦੇ ਜਿਹੜੇ ਜੀਵ ਹਨ, ਉਹ ਵੀ ਉਹਦੀ ਪੂਜਾ ਕਰਦੇ ਹਨ। ਤ੍ਰਿਮਾਨ ਦੇਵ ਅਭੇਵ ਆਦ ਉਦਾਰ। ਉਸ ਪਰਮੇਸ਼ਵਰ ਦਾ ਜੋ ਹੈ ਅਭੇਵ ਆਦ ਉਦਾਰ, ਉਹਦਾ ਭੇਤ ਨਹੀਂ ਪਾਇਆ ਜਾ ਸਕਦਾ। ਉਹ ਚਾਨਣ ਰੂਪ ਹੈ, ਦੇਵ ਹੈ, ਚਾਨਣ ਰੂਪ ਹੈ। ਅਭੇਵ, ਉਹਦਾ ਭੇਤ ਨਹੀਂ ਪਾਇਆ ਜਾ ਸਕਦਾ। ਆਦ ਉਦਾਰ, ਉਹ ਸਭ ਦਾ ਮੁੱਢ ਹੈ ਤੇ ਖੁੱਲੇ ਦਿਲ ਵਾਲਾ ਹੈ ਪਰਮੇਸ਼ਰ। ਉਦਾਰ ਦਾ ਅਰਥ ਖੁੱਲੇ ਦਿਲ, ਉਧਾਰ ਨਹੀਂ ਪੜਨਾ ਇਹਨੂੰ, ਉਦਾਰ ਦੱਦੇ ਨਾਲ ਪੋਲਾ ਜਿਹਾ ਬੋਲਣਾ, ਉਦਾਰ।
ਉਹ ਖੁੱਲੇ ਦਿਲ ਵਾਲਾ ਹੈ ਅਕਾਲ ਪੁਰਖ ਪਰਮੇਸ਼ਰ। ਸਰਬ ਪਾਲਕ ਤੇ ਸਾਰਿਆਂ ਦੀ ਉਹ ਪਾਲਣਾ ਕਰਦਾ ਹੈ, ਸਰਬ ਘਾਲਕ ਸਾਰਿਆਂ ਨੂੰ ਨਾਸ਼ ਕਰਦਾ ਹੈ, ਸਰਬ ਕੋ ਪੁੰਨ ਕਾਲ। ਤੇ ਫਿਰ ਸਾਰਿਆਂ ਨੂੰ ਜਿਹੜਾ ਹੈ ਉਹ ਕਿਤੇ ਫੇਰ ਵਾਪਸ ਸੰਸਾਰ ਤੇ ਲੈ ਆਉਂਦਾ ਤੇ ਸਾਰਿਆਂ ਨੂੰ ਫੇਰ ਨਾਸ਼ ਕਰ ਦਿੰਦਾ ਹੈ। ਪੁੰਨ ਕਾਲ ਫਿਰ ਉਹਨਾਂ ਨੂੰ ਜਿਹੜਾ ਖਤਮ ਕਰਦਾ ਹੈ, ਐਸਾ ਹੈ ਉਹ ਪਾਲਣ ਵਾਲਾ, ਨਾਸ਼ ਕਰਨ ਵਾਲਾ। ਤੇ ਫਿਰ ਸਭ ਦੀ ਜਿਹੜੀ ਹੈ ਉਹ ਫਿਰ ਉਹਨਾਂ ਨੂੰ ਜਨਮ ਦੇ ਕੇ ਫਿਰ ਉਹਨਾਂ ਨੂੰ ਨਾਸ਼ ਕਰਦਾ ਹੈ। ਪੁੰਨ ਕਾਲ ਦੁਬਾਰਾ ਦੁਬਾਰਾ ਜਿਹੜੇ ਜੀਵ ਆਉਂਦੇ ਆ ਉਹਨਾਂ ਨੂੰ ਬਣਾ ਕੇ ਖਤਮ ਕਰਨ ਵਾਲਾ ਵੀ ਪਰਮੇਸ਼ਰ ਹੈ, ਸਭ ਦਾ ਕਾਲ ਹੈ। ਜੱਤਰ ਤੱਤਰ ਬਿਰਾਜਹੀ, ਜੱਤਰ ਤੱਤਰ ਭਾਵ ਜਿੱਥੇ ਕਿੱਥੇ, ਜੱਤਰ ਤੱਤਰ ਬਿਰਾਜਹੀ ਅਵਤੂਤ ਰੂਪ ਅਪਾਰ। ਜੱਤਰ ਕੱਤਰ ਬਿਰਾਜਹੀ, ਜੱਤਰ ਜਿੱਥੇ ਕਿੱਥੇ ਹਰ ਜਗ੍ਹਾ ਦੇ ਉੱਤੇ ਬਿਰਾਜਹੀ ਮੌਜੂਦ ਹੈ ਪਰਮੇਸ਼ਰ। ਅਵਤੂਤ ਜਿਸ ਨੇ ਮਾਇਕ ਬੰਧਨ ਪਰੇ ਹਟਾ ਦਿੱਤੇ ਆ, ਉਸ ਪਰਮੇਸ਼ਰ ਨੂੰ ਮਾਇਆ ਪੋ ਨਹੀਂ ਸਕਦੀ। ਮਾਇਆ ਦੇ ਰਸਾਂ ਤੋਂ ਅਵਤੂਤ ਹੈ, ਵੱਖਰਾ ਹੈ। ਅਵਤੂਤ ਰੂਪ ਉਹਦਾ ਐਸਾ ਰੂਪ ਹੈ ਮਾਇਆ ਦੇ ਵਿੱਚ ਨਹੀਂ ਆਉਂਦਾ। ਅਤੂਤ ਰੂਪ ਰਸਾਲ, ਉਹ ਜਿਹੜਾ ਪਰਮੇਸ਼ਰ ਹੈ, ਉਹ ਜਿਹੜਾ ਅਕਾਲ ਪੁਰਖ ਹੈ, ਉਹ ਰਸਾਂ ਦਾ ਘਰ ਹੈ, ਰਸਾਲਿਆ ਹੈ। ਰਸਾਲ ਰਸਾਂ ਦਾ ਘਰ ਹੈ, ਰਸਾਂ ਦਾ ਸੋਮਾ ਹੈ। ਉਹ ਸਾਰਿਆਂ ਦੇ ਵਿੱਚ ਵਿਆਪਕ ਹੈ ਤੇ ਹਰ ਜਗ੍ਹਾ ਦੇ ਉੱਤੇ ਉਹ ਮੌਜੂਦ ਹੈ। ਨਾਮ ਠਾਮ ਨਾ ਜਾਤ ਜਾਕਰ, ਰੂਪ ਰੰਗ ਨਾ ਰੇਖ। ਉਸ ਪਰਮੇਸ਼ਵਰ ਦਾ, ਉਸ ਅਕਾਲ ਪੁਰਖ ਦਾ ਨਾ ਕੋਈ ਨਾਮ ਹੈ, ਨਾ ਕੋਈ ਠਾਮ ਹੈ। ਠਾਮ ਦਾ ਅਰਥ ਨਾ ਕੋਈ ਦੀ ਰਹਿਣ ਦੀ ਜਗ੍ਹਾ ਹੈ, ਜੇ ਜਗ੍ਹਾ ਦੇ ਉੱਤੇ ਇੱਕ ਜਗ੍ਹਾ ਟਿਕ ਕੇ ਬੈਠਾ ਹੋਵੇ, ਐਸਾ ਕੋਈ ਉਹਦਾ ਧਾਮ ਨਹੀਂ ਹੈ, ਐਸਾ ਕੋਈ ਉਹਦੀ ਜਗ੍ਹਾ ਨਹੀਂ ਹੈ। ਨਾਮ ਠਾਮ ਨਾ ਜਾਤ ਜਾਕਰ, ਫਿਰ ਉਹਦੀ ਕੋਈ ਜਾਤ ਨਹੀਂ ਹੈ। ਇਹ ਨਹੀਂ ਕਹਿ ਸਕਦੇ ਕਿ ਪਰਮੇਸ਼ਰ ਇਸ ਜਾਤ ਦਾ ਹੈ। ਨਾਮ ਠਾਮ ਨਾ ਜਾਤ ਜਾਕਰ, ਰੂਪ ਰੰਗ ਨਾ ਰੇਖ। ਨਾ ਹੀ ਉਹਦਾ ਕੋਈ ਰੂਪ ਹੈ, ਨਾ ਹੀ ਉਹਦਾ ਕੋਈ ਰੰਗ ਹੈ, ਤੇ ਨਾ ਹੀ ਉਹਦੀ ਕੋਈ ਰੇਖ ਭਾਵ ਕਿਸੇ ਤਰ੍ਹਾਂ ਦੇ ਸਰੀਰ ਤੇ ਰੇਖਾ ਜਿਹੜੀ ਹੁੰਦੀ ਹੈ ਕੋਈ ਨਹੀਂ। ਨਾ ਹੀ ਉਹਨੂੰ ਕੋਈ ਚਿੱਤਰ ਬਣਾ ਕੇ ਚਿੱਤਰ ਸਕਦਾ ਹੈ ਕਿ ਪਰਮੇਸ਼ਰ ਇਸ ਤਰ੍ਹਾਂ ਦਾ ਹੋਵੇਗਾ। ਆਦ ਪੁਰਖ, ਉਹ ਸ਼ੁਰੂ ਤੋਂ ਹੀ, ਮੁੱਢ ਤੋਂ ਹੀ ਜਿਹੜਾ ਪੁਰਖ ਰੂਪ ਹੈ, ਸਾਰੇ ਜੀਵਾਂ ਨੂੰ ਬਣਾਉਣ ਵਾਲਾ ਹੈ, ਵਿਆਪਕ ਹੈ ਸਾਰਿਆਂ ਦੇ ਅੰਦਰ, ਪੁਰਖ ਰੂਪ ਹੋ ਕਰਕੇ। ਆਦ ਪੁਰਖ ਉਦਾਰ ਮੂਰਤ, ਫਿਰ ਉਹਦੀ ਮੂਰਤ ਕਿਸ ਤਰ੍ਹਾਂ ਦੀ ਹੈ? ਉਹ ਪਰਮੇਸ਼ਵਰ ਦੀ ਉਦਾਰ ਮੂਰਤ, ਉਹ ਸਾਰਿਆਂ ਦੇ ਉੱਤੇ ਦਇਆ ਕਰਨ ਵਾਲੀ ਉਹਦੀ ਮੂਰਤ ਹੈ। ਸਾਰਿਆਂ ਦੇ ਉੱਤੇ ਉਹ ਪੁਰਖ ਰੂਪ ਹੋ ਕਰਕੇ ਵਿਆਪ ਰਿਹਾ ਹੈ ਤੇ ਸਾਰਿਆਂ ਦੇ ਵਿੱਚ ਉਹ ਉਦਾਰ ਮੂਰਤ ਭਾਵ ਉਹਦੀ ਇਸ ਤਰ੍ਹਾਂ ਦੀ ਮੂਰਤ ਹੈ, ਉਹ ਸਾਰਿਆਂ ਦੇ ਨਾਲ ਪਿਆਰ ਕਰਦਾ ਹੈ, ਸਾਰਿਆਂ ਦੇ ਉੱਤੇ ਦਇਆ ਕਰਨ ਵਾਲਾ ਹੈ। ਉਦਾਰ ਮੂਰਤ ਅਜੋਨ, ਵਾਹਿਗੁਰੂ, ਹਾਂਜੀ। ਆਦ ਪੁਰਖ ਉਦਾਰ ਮੂਰਤ ਅਜੋਨ ਆਦ ਅਸੇਕ, ਅਜੋਨੀ ਹੈ, ਜੋਨਾ ਚ ਨਹੀਂ ਆਉਂਦਾ। ਆਦ ਅਸੇਖ, ਉਹ ਪਰਮੇਸ਼ਵਰ ਜਿਹੜਾ ਹੈ ਨਾ, ਅਜੋਨ ਆਦ ਅਸੇਖ, ਅਸੇਖ ਜਿਸ ਚ ਕੋਈ ਕਮੀ ਨਾ ਹੋਵੇ, ਜਿਹੜਾ ਮੁਕੰਮਲ ਹੋਵੇ, ਜਿਹੜਾ ਪੂਰਨ ਸਰੂਪ ਹੋਵੇ। ਪਰਮੇਸ਼ਵਰ ਆਦ ਪੁਰਖ ਹੈ, ਪੁਰਖ ਰੂਪ ਹੈ ਸ਼ੁਰੂ ਤੋਂ ਹੀ, ਕਿਉਂਕਿ ਸਾਰੇ ਜੀਵਾਂ ਦੇ ਵਿੱਚ ਵਿਆਪਕ ਹੈ। ਉਦਾਰ ਮੂਰਤ ਹੈ, ਉਹ ਪਰਮੇਸ਼ਵਰ ਜਿਹੜਾ ਹੈ ਸਾਰਿਆਂ ਦੇ ਨਾਲ ਪਿਆਰ ਕਰਨ ਵਾਲਾ, ਹਰ ਕਿਸੇ ਦੇ ਦਿਲ ਦੀ ਗੱਲ ਜਾਣਨ ਵਾਲਾ ਹੈ, ਸਾਰਿਆਂ ਦੇ ਨਾਲ ਉਦਾਰਤਾ ਵਾਲਾ ਉਹਦਾ ਸਰੂਪ ਹੈ। ਉਦਾਰ ਮੂਰਤ ਅਜੋਨ, ਅਜੂਨੀ ਹੈ। ਆਦ ਅਸੇਖ, ਤੇ ਉਹ ਸੰਪੂਰਨ ਹੈ ਮੁੱਢ ਤੋਂ ਹੀ, ਮੁੱਢ ਤੋਂ ਹੀ ਉਹ ਸੰਪੂਰਨ ਹੈ ਅਕਾਲ ਪੁਰਖ। ਦੇਸ ਔਰ ਨਾ ਭੇਸ ਜਾਕਰ, ਨਾ ਉਹਦਾ ਦੇਸ ਹੈ, ਨਾ ਉਹਦਾ ਦੇਸ ਹੈ, ਨਾ ਉਹਦਾ ਭੇਸ ਹੈ। ਦੇਸ, ਨਾ ਉਹਦਾ ਕੋਈ ਦੇਸ਼ ਹੈ ਤੇ ਨਾ ਉਹਦਾ ਕੋਈ ਭੇਸ ਹੈ। ਉਸ ਪਰਮੇਸ਼ਵਰ ਦਾ ਦੇਸ ਔਰ ਨਾ ਭੇਸ ਜਾਕਰ, ਜਿਸ ਦਾ ਕੋਈ ਦੇਸ਼ ਵੀ ਨਹੀਂ, ਜਿਹਦਾ ਕੋਈ ਭੇਖ ਵੀ ਨਹੀਂ ਵਿਸ਼ੇਸ਼ ਤੌਰ ਤੇ। ਰੂਪ ਰੇਖ ਨਾ ਰਾਗ, ਤੇ ਨਾ ਹੀ ਉਹ ਕਿਸੇ ਰੂਪ ਦਾ ਮੁਥਾਜ ਹੈ, ਨਾ ਹੀ ਉਹਦਾ ਕੋਈ ਰੂਪ ਹੈ, ਨਾ ਹੀ ਕੋਈ ਉਹਦਾ ਚਿੱਤਰ ਬਣਾਇਆ ਜਾ ਸਕਦਾ ਹੈ, ਕੋਈ ਰੇਖਾ ਨਹੀਂ ਕੀਤੀ ਜਾ ਸਕਦੀ। ਨਾ ਰਾਗ, ਨਾ ਹੀ ਉਹਦੇ ਵਿੱਚ ਕੋਈ ਦੁੱਖ ਹੈ, ਕੋਈ ਰਾਗ ਹੈ, ਕੋਈ ਜਿਹੜਾ ਹੈ ਉਸ ਪਰਮੇਸ਼ਵਰ ਦੇ ਵਿੱਚ ਕੋਈ ਊਨਤਾਈ ਹੈ। ਕੋਈ ਵੀ ਜਿਹੜਾ ਹੈ ਉਹ ਪਰਮੇਸ਼ਵਰ ਦਾ ਕੋਈ ਪਹਿਰਾਵਾ ਨਹੀਂ, ਨਾ ਹੀ ਉਹਦੇ ਵਿੱਚ ਕੋਈ ਮੋਹ ਹੈ। ਰਾਗ ਦਾ ਅਰਥ ਮੋਹ, ਨਾ ਹੀ ਉਹਦੇ ਵਿੱਚ ਕੋਈ ਮੋਹ ਹੈ। ਜੱਤਰ ਤੱਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਜੱਤਰ ਤੱਤਰ, ਜਿੱਥੇ ਕਿਤੇ ਉਹ ਪਰਮੇਸ਼ਵਰ ਜਿਹੜਾ ਹੈ, ਜੱਤਰ ਕੱਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਅਨੁਰਾਗ ਦਾ ਅਰਥ ਹੁੰਦਾ ਪਿਆਰ,
परमेश्वर प्यार रूप हो करके हर जगह ਦੇ ਉੱਤੇ फैलिया होया। हर जगह ਦੇ ਉੱਤੇ परमेश्वर अकाल पुरख ਜਿਹੜਾ है जत्र कत्र हर जगह ਤੇ दिशा विशा दिशावां ਦੇ ਵਿੱਚ ਜਿੰਨੀਆਂ ਵੀ ਦਿਸ਼ਾਵਾਂ ਹਨ, दिशा विशा भाव जिन्ने भी देश ਹਨ, हर जगह ਦੇ ਉੱਤੇ ਇੱਕ ਰੂਪ ਕਿਹੜਾ ਰੂਪ ਉਹਦਾ ਪਿਆਰ। ਪਿਆਰ ਰੂਪ ਦੇ ਵਿੱਚ ਹੋ ਕਰਕੇ ਉਹ ਹਰ ਜਗ੍ਹਾ ਦੇ ਉੱਤੇ ਫੈਲਿਆ ਹੋਇਆ ਹੈ। ऐसा जिहड़ा है वो परमेश्वर अकाल पुरख परमात्मा है। सो साध संगत आपां 80 बंद जिहड़े अज कर चुके हैं ते अज धन गुरु अमरदास महाराज सच्चे पातशाह जी का ज्योति जोत पुरब है ते ज्ञानी शिवतार सिंह जी आप जी नाल धन गुरु अमरदास तीसरे पातशाह जी के जीवन बारे, उन्हां दी ज्योति जोत बारे, उन्हां दी वडियाई जिहड़ी है करनगे। क्योंकि जदों सतगुरां दी वडियाई करीदी है ना ਤੇ ਸਾਡੇ ਮਨ ਅੰਦਰ ਵੀ ਇਹ ਭਾਵਨਾ ਬਣਦੀ ਹੈ ਕਿ ਜਿਵੇਂ ਦੇ ਸਾਡੇ ਸਤਿਗੁਰੂ ਸਨ ਉਵੇਂ ਦਾ ਸਾਡਾ ਵੀ ਜੀਵਨ ਹੋਵੇ। ਅਸੀਂ ਵੀ ਆਪਣਾ ਜੀਵਨ ਜਿਹੜਾ ਹੈ ਉਹਨਾਂ ਦੇ ਦਿੱਤੀ ਹੋਈ, ਉਹਨਾਂ ਦੀ ਬਖਸ਼ੀ ਹੋਈ ਬਾਣੀ, ਉਹਨਾਂ ਦੇ ਦਿੱਤੇ ਹੋਏ ਜੋ ਵੀ ਹੁਕਮ ਹਨ ਉਹਨਾਂ ਦੇ ਅਨੁਸਾਰ ਆਪਣਾ ਜੀਵਨ ਜਿਉ ਸਕੀਏ। ਸੋ ਇਹ ਦਾਸ ਵੱਲੋਂ ਇੱਥੇ ਹੀ ਸਮਾਪਤੀ ਹੈ। 80 ਬੰਦ ਆਪਾਂ ਕਰ ਚੁੱਕੇ ਹਾਂ। ਇੱਥੋਂ ਆਪਾਂ ਕੱਲ ਨੂੰ ਆਰੰਭਤਾ ਕਰਨੀ ਹੈ। ਸੋ ਆਪ ਸਭ ਸੰਗਤ ਦਾ ਇਸੇ ਧੰਨਵਾਦ। ਇਸੇ ਤਰ੍ਹਾਂ ਆਪ ਜੀ ਨੇ ਜੁੜੇ ਰਹਿਣਾ। ਹੁਣ ਗਿਆਨੀ ਸ਼ਿਵਤਾਰ ਸਿੰਘ ਜੀ ਆਪ ਜੀ ਨਾਲ ਗੁਰ ਵਿਚਾਰਾਂ ਦੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਜੀਵਨ ਬਾਰੇ ਜਿਹੜਾ ਹੈ ਉਹ ਵਿਚਾਰ ਕਰਨਗੇ। ਦਾਸ ਦੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗਿਆਨੀ। ਵਾਹਿਗੁਰੂ। ਪਰਮ ਸਤਿਕਾਰਯੋਗ ਗੁਰਮਤਿ ਦੀ ਕਲਾਸ ਵਿੱਚ ਜੁੜ ਚੁੱਕੀ ਗੁਰੂ ਰੂਪ ਸਾਧ ਸੰਗਤ ਦੀ ਸਭ ਤੋਂ ਪਹਿਲਾਂ ਗੁਰਫਤਿਹ ਦੇ ਨਾਲ ਸਾਂਝ ਬਣਾਈਏ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੇ ਹਾਂ ਨਿਤਾ ਪ੍ਰਤੀ ਅਸੀਂ ਸ਼ਾਮ ਦੀ ਕਲਾਸ ਵਿੱਚ ਗੁਰਮਤਿ ਦੀ ਗੁਰਬਾਣੀ ਦੀ ਸੰਥਿਆ ਲੈ ਰਹੇ ਹਾਂ। ਗਿਆਨੀ ਲਖਬੀਰ ਸਿੰਘ ਜੀ ਬੜੇ ਹੀ ਸੁਚੱਜੇ ਢੰਗ ਦੇ ਨਾਲ ਆਪ ਜੀ ਨੂੰ ਜਿਹੜਾ ਵਾ ਉਹ ਗੁਰਬਾਣੀ ਦੀ ਵਿਆਖਿਆ ਤੇ ਸੰਥਿਆ ਕਰਵਾ ਰਹੇ ਹਨ। ਤੇ ਆਸ਼ਾ ਇਹੀ ਹੁੰਦਾ ਹੈ ਕਿ ਜਦੋਂ ਕੋਈ ਵੀ ਗੁਰਪੁਰਬ ਹੋਵੇ ਤੇ 5 ਤੋਂ 10 ਮਿੰਟ ਜਿਹੜਾ ਵਾ ਉਹ ਆਪ ਜੀ ਦੇ ਨਾਲ ਸਾਂਝੇ ਕੀਤੇ ਜਾਣ ਉਸ ਇਤਿਹਾਸ ਬਾਰੇ। ਤੇ ਅੱਜ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਉਹਨਾਂ ਦਾ ਜੋਤੀ ਜੋਤ ਪੁਰਬ ਹੈ, ਜਿਸ ਦੇ ਬਾਬਤ ਭੱਟ ਸਾਹਿਬਾਨਾਂ ਨੇ ਆਪਣੇ ਸਵਈਆਂ ਦੇ ਅੰਦਰ, ਜਿਹੜੇ ਅਸੀਂ ਭੱਟਾਂ ਦੇ ਸਵਈਏ ਪੜ੍ਹਦੇ ਹਨ, ਸਵਈਏ ਮਹੱਲੇ ਪਹਿਲੇ ਕੇ ਸਵਈਏ ਮਹੱਲੇ ਦੂਜੇ, ਉਹਨਾਂ ਸਵਈਆਂ ਦੇ ਅੰਦਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਉਸਤਤ ਵਿੱਚ ਵੱਖ-ਵੱਖ ਭੱਟ ਸਾਹਿਬਾਨਾਂ ਨੇ ਸਵਈਏ ਉਚਾਰਨ ਕੀਤੇ, ਜਿਨ੍ਹਾਂ ਵਿੱਚੋਂ ਇੱਕ ਸਵਈਆ ਕਿ ਉਸ ਸਵਈਏ ਦੇ ਨਾਲ, ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਉਪਮਾ ਹੀ ਬਹੁਤ ਹੈ। ਉਹਨਾਂ ਦੀ ਉਪਮਾ ਬਾਰੇ ਇੱਕ ਤੁਛ ਬੁੱਧੀ ਜਿਹੜਾ ਮਨੁੱਖ ਹੈ ਉਹ ਕੀ ਬਿਆਨ ਕਰ ਸਕਦਾ ਹੈ, ਪਰ ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਜੀ ਨੇ ਇਸ ਪਾਵਨ ਗ੍ਰੰਥ ਦੇ ਅੰਦਰ ਥਾਂ ਦਿੱਤੀ, ਉਹਨਾਂ ਵੱਲੋਂ ਕੀਤੀ ਹੋਈ ਉਸਤਤ ਦੇ ਵਿੱਚੋਂ ਭੱਟ ਭੱਲ ਜੀ ਜੋ ਬਖਸ਼ਿਸ਼ ਕਰਦੇ ਨੇ ਕਿ ਘਨ ਹਰ ਬੂੰਦ ਬਸੋ ਰੁਮਾਵਲ, ਕੁਸਮ ਬਸੰਤ ਗਨੰਤ ਨ ਆਵੈ, ਰਾਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ, ਉਨਹਿ ਜੋ ਗਾਵੈ ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਬੜੀ ਮਹਾਨਤਾ, ਬੜੀ ਉਸਤਤ ਕੀਤੀ ਹੈ ਭੱਟ ਭੱਲ ਜੀ ਨੇ ਕਿ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਅਸੀਂ ਤੇਰੀ ਉਪਮਾ ਕੀ ਕਰ ਸਕਦੇ ਹਾਂ। ਸੰਸਾਰ ਦੇ ਉੱਤੇ ਬਾਰਿਸ਼ ਹੁੰਦੀ ਹੋਵੇ ਨਾ,
ਤੇ ਉਸ ਬਰਸਾਤ ਦੀਆਂ ਬੂੰਦਾਂ ਅਣਗਿਣਤ ਬੂੰਦਾਂ ਜਿਹੜੀਆਂ ਨੇ ਧਰਤੀ ਤੇ ਡਿੱਗਦੀਆਂ ਨੇ, ਪਰ ਉਹ ਕੇਵਲ ਉਨੀ ਕੁ ਧਰਤੀ ਨੂੰ ਹੀ ਤ੍ਰਿਪਤ ਕਰ ਸਕਦੀਆਂ ਨੇ ਜਿੰਨੀ ਕੁ ਧਰਤੀ ਦੇ ਉੱਤੇ ਉਹ ਬਰਸਾਤ ਹੁੰਦੀ ਹੈ। ਭਾਵ ਜਿਸ ਤਰ੍ਹਾਂ ਬੜੌਦੇ ਸ਼ਹਿਰ ਦੇ ਵਿੱਚ ਬਾਰਿਸ਼ ਹੁੰਦੀ ਪਈ ਹੈ ਤੇ ਅਹਿਮਦਾਬਾਦ ਨਹੀਂ, ਤੇ ਜਿਹੜਾ ਬੜੌਦੇ ਦੀ ਧਰਤੀ ਉੱਤੇ ਬਾਰਿਸ਼ ਹੋਈ ਹੈ ਕੇਵਲ ਉਨੀ ਜਗ੍ਹਾ ਨੂੰ ਹੀ ਉਹ ਬਰਸਾਤ ਜਿਹੜੀ ਹੈ ਨਾ ਉਹ ਤ੍ਰਿਪਤ ਕਰ ਸਕਦੀ ਹੈ, ਬਾਕੀ ਸਾਰੀ ਲੁਕਾਈ ਜਿਹੜੀ ਆ ਉਹ ਤ੍ਰਿਪਤ ਨਹੀਂ ਹੁੰਦੀ। ਦੂਜਾ ਭਾਵ ਇਹ ਵੀ ਹੈ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਜਿਸ ਤਰ੍ਹਾਂ ਧਰਤੀ ਦੇ ਉੱਤੇ ਪ੍ਰਮਾਤਮਾ ਵੱਲੋਂ ਬਖਸ਼ਿਸ਼ ਬਰਸਾਤ ਮੀਂਹ ਪਿਆ, ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ, ਬਰਸਾਤ ਪੈਂਦੀ ਹੈ ਤੇ ਜੀਵ ਜੰਤ ਜਿਹੜੇ ਨੇ ਉਹ ਖੁਸ਼ ਹੋ ਜਾਂਦੇ ਨੇ, ਜਿਹੜੇ ਪਾਣੀਹਾਰ ਨੇ, ਫਸਲ ਜਿਹੜੀ ਹੈ ਉਹ ਹਰਿਆਲੀ ਵੱਲ ਆ ਜਾਂਦੀ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜੀਵਨ ਉਸ ਬਰਸਾਤ ਦੀ ਤਰ੍ਹਾਂ ਕਿ ਜਿੱਥੇ ਵੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਨਿਗਾਹ ਪਈ ਉਹਨਾਂ ਨੂੰ ਪਵਿੱਤਰ ਕਰ ਦਿੱਤਾ। ਜਿਸ ਤਰ੍ਹਾਂ ਸੂਰਜ ਚੰਦਰਮਾ ਰੋਸ਼ਨੀ ਛੱਡਦਾ ਹੈ ਤੇ ਧਰਤੀ ਨੂੰ ਰੋਸ਼ਨ ਕਰਦਾ ਹੈ, ਸਤਿਗੁਰੂ ਦਾ ਗਿਆਨ ਜਿਹੜਾ ਇਹਨੇ ਉਹ ਵੀ ਇਸ ਸੰਸਾਰ ਦੇ ਉੱਤੇ ਰਹਿਮਤਾਂ ਬਰਸਾਉਂਦਾ ਹੈ। ਕਿਸ ਤਰ੍ਹਾਂ ਰਹਿਮਤਾਂ ਬਰਸਾਉਂਦਾ ਹੈ? ਜਿਸ ਤਰ੍ਹਾਂ 62 ਸਾਲ ਦੀ ਉਮਰ ਦੇ ਵਿੱਚ ਆਣ ਕੇ ਧੰਨ ਗੁਰੂ ਅੰਗਦ ਪਾਤਸ਼ਾਹ ਜੀ ਦੀ ਸੇਵਾ ਵਿੱਚ ਲੱਗਣਾ। ਬਾਸਰ ਕੇ ਜਨਮ ਹੋਇਆ ਸੀ, ਜਨਮ ਅਸੀਂ ਜਾਣਦੇ ਹਾਂ ਗੁਰੂ ਅਮਰਦਾਸ ਪਾਤਸ਼ਾਹ ਜੀ, ਉਹਨਾਂ ਦਾ ਇਸ ਸੰਸਾਰ ਦੇ ਉੱਤੇ ਜਿਹੜਾ ਜਨਮ ਹੈ ਉਹ ਬਾਸਰ ਕੇ ਹੋਇਆ 1479 ਤੇ 62 ਸਾਲ ਦੀ ਉਮਰ ਹੈ ਜਦੋਂ ਗੁਰੂ ਅੰਗਦ ਪਾਤਸ਼ਾਹ ਜੀ ਦੇ ਨਾਲ ਮਿਲਾਪ ਹੁੰਦਾ। ਮੈਂ ਜੀਵਨ ਵੱਲ ਨਾ ਜਾਂਦਾ ਹੋਇਆ ਕੇਵਲ ਉਹਨਾਂ ਦੇ ਵੱਲੋਂ ਕੀਤੇ ਪਰਉਪਕਾਰ ਤੇ ਉਸ 62 ਸਾਲ ਦੀ ਉਮਰ ਵਿੱਚ ਆਣ ਕੇ ਅੱਜ ਕਿਸੇ ਦਾ ਆ ਜਾਵੇ ਨਾ ਕੋਈ ਰਿਸ਼ਤੇਦਾਰ ਦੂਰੋਂ ਨੇੜਿਓਂ ਹੀ ਆ ਜਾਵੇ ਤੇ ਸੇਵਾ ਨਾ ਹੋਵੇ ਤੇ ਉਹ ਮਨ ਦੇ ਵਿੱਚ ਕਰਦਾ ਕਿ ਮੇਰੀ ਸੇਵਾ ਨਹੀਂ ਕੀਤੀ, ਮੇਰੀ ਟਹਿਲ ਨਹੀਂ ਕੀਤੀ, ਮੈਂ ਇੰਨੀ ਦੂਰੋਂ ਚੱਲ ਕੇ ਆਇਆ। ਪਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਗੁਰੂ ਅੰਗਦ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਾ ਕੇ ਜਦੋਂ ਬੈਠੇ ਆ ਨਾ ਤੇ ਗੁਰੂ ਅੰਗਦ ਪਾਤਸ਼ਾਹ ਜੀ ਨੇ ਚੁੱਕ ਕੇ ਛਾਤੀ ਨਾਲ ਲਾਉਣ ਦਾ ਯਤਨ ਕੀਤਾ ਤੇ ਉਸ ਸਮੇਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਸ ਸਮੇਂ ਅਮਰਦਾਸ ਦੀ ਅਵਸਥਾ ਵਿੱਚ ਇਹ ਗੱਲ ਆਖੀ ਸੀ, ਪਾਤਸ਼ਾਹ ਅੱਜ ਮੈਂ ਇੱਥੇ ਕੁੜਮ ਬਣ ਕੇ ਨਹੀਂ ਆਇਆ, ਕਿਉਂਕਿ ਰਿਸ਼ਤੇਦਾਰੀ ਵਿੱਚੋਂ ਕੁੜਮ ਸਨ, ਭਰਾ ਦਾ ਪੁੱਤ ਵਿਆਹਿਆ ਸੀ, ਆਪਣਾ ਭਤੀਜਾ ਵਿਆਹਿਆ ਸੀ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਹ ਗੱਲ ਆਖੀ ਸੀ ਕਿ ਪਾਤਸ਼ਾਹ ਅੱਜ ਮੈਂ ਇੱਕ ਚੇਲਾ ਬਣ ਕੇ ਆਇਆ, ਇੱਕ ਸਿੱਖ ਬਣ ਕੇ ਆਇਆ, ਮੈਂ ਸਿੱਖੀ ਧਾਰਨ ਕਰਨੀ ਹੈ। ਉਹ ਸਿੱਖੀ ਧਾਰਨ ਕਰਕੇ ਤੇ ਸੇਵਾ ਵਿੱਚ ਲੱਗ ਕੇ ਸਾਡੇ ਵਰਗਾ ਚਾਰ ਕੁ ਭਾਂਡੇ ਮਾਂਜੇ ਹੰਕਾਰ ਵਿੱਚ ਮਸਤ ਹੁੰਦਾ, ਦੋ ਕੁ ਬਾਣੀਆਂ ਪੜ੍ਹ ਲਈਏ ਨਾ ਤਾਂ ਅਸੀਂ ਆਖਦੇ ਸਾਡੇ ਵਰਗਾ ਨਿਤਨੇਮੀ ਕੋਈ ਨਹੀਂ, ਸਾਡੇ ਵਰਗਾ ਸੇਵਾਦਾਰ ਕੋਈ ਨਹੀਂ, ਸਾਡੇ ਵਰਗਾ ਨਿਮਰਤਾ ਵਾਲਾ ਕੋਈ ਨਹੀਂ। ਚਾਰ ਕੁ ਗੱਲਾਂ ਸੁਣ ਲਈਏ ਤੇ ਮਨ ਵਿੱਚ ਅਹੰਕਾਰ ਹੀ ਅਹੰਕਾਰ ਵਸਿਆ ਹੁੰਦਾ। ਪਰ ਇੱਥੇ 62 ਸਾਲ ਦੀ ਉਮਰ ਵਿੱਚ ਸੇਵਾ ਲਾਈ ਹੈ ਤੇ ਸੇਵਾ ਲੱਗੀ ਹੈ ਤੇ ਸੇਵਾ ਕੀਤੀ ਹੈ। 12 ਸਾਲ ਨਿਧਾ ਪ੍ਰਤੀ ਸਿਰ ਉੱਤੇ ਗਾਗਰ ਚੁੱਕ ਕੇ ਜਲ ਲਿਆ ਕੇ 12 ਖੂਹ ਤੋਂ, ਵੇਖੋ ਇਹਨਾਂ 12 ਸਾਲਾਂ ਦੇ ਵਿੱਚ 72 ਰੁੱਤਾਂ ਆਈਆਂ। 6 ਰੁੱਤਾਂ ਮੰਨਦੇ ਆ ਨਾ ਆਪਾਂ, ਇੱਕ ਸਾਲ ਦੀਆਂ 2-2 ਮਹੀਨੇ ਦੀ ਰੁੱਤ ਹੁੰਦੀ ਹੈ। ਬਸੰਤ ਰੁੱਤ, ਪਤਝੜ, ਸਰਦੀ ਦੀ ਰੁੱਤ ਆ ਗਈ, ਗਰਮੀ ਦੀ ਰੁੱਤ ਆ ਗਈ। ਇਹ 6 ਰੁੱਤਾਂ ਨੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਅਸੀਂ ਤੇਰੀ ਉਪਮਾ ਕੀ ਕਰ ਸਕਦੇ ਹਾਂ ਪਾਤਸ਼ਾਹ? ਬਿਰਧ ਉਮਰ ਦੇ ਵਿੱਚ ਸਿਰ ਉੱਤੇ ਗਾਗਰ ਚੁੱਕਣੀ, ਧੁੱਪ ਹੈ, ਛਾਂ ਹੈ, ਗਰਮੀ ਹੈ, ਸਰਦੀ ਹੈ, ਬਰਫੀਲੀਆਂ ਰਾਤਾਂ ਨੇ, ਤਾਂ ਵੀ ਮਨ ਦੇ ਵਿੱਚ ਕੋਈ ਰੋਸ ਨਹੀਂ। ਤੇ ਵੇਖੋ ਇਹ ਨਹੀਂ ਕਿ ਜਦੋਂ ਜਾਗ ਆ ਗਈ ਉਦੋਂ ਹੀ ਉੱਠ ਕੇ ਜਾਣਾ। ਪਤਾ ਹੈ ਕਿ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਸ਼ਨਾਨ ਕਰਨਾ, ਪਤਾ ਹੈ
ਅੰਮ੍ਰਿਤ ਵੇਲਾ ਸਾਂਭਣਾ ਹੈ। ਤੇ ਜਿੰਨੇ ਅੰਮ੍ਰਿਤ ਵੇਲਾ ਸਾਂਭਣਾ ਹੈ ਉਹ 4 ਵਜੇ, ਹੁਣ ਅਸੀਂ ਗੁਰੂ ਘਰ ਆਉਂਦੇ ਹਾਂ ਤੇ 4 ਵਜੇ ਬਾਣੀ ਆਰੰਭ ਹੋ ਜਾਂਦੀ ਹੈ। ਤੇ ਜਿਹਨੇ ਅੰਮ੍ਰਿਤ ਵੇਲਾ ਸਾਂਭਣਾ ਉਹਨੇ ਇਸ਼ਨਾਨ ਕਰਨਾ ਹੈ 3 ਵਜੇ। ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਇਕੱਲੇ ਇਸ਼ਨਾਨ ਵਾਸਤੇ ਗਾਗਰ ਹੀ ਨਹੀਂ ਲਾਉਂਦੇ, ਉਹ ਆਪ ਆਪਣੇ ਹੱਥੀਂ ਲੰਗਰ ਵਿੱਚ ਸੇਵਾ ਕਰਦੇ ਨੇ, ਜੂਠੇ ਪੱਤਲ ਮਾਂਜਦੇ ਨੇ। ਅਣਗਿਣਤ ਸੇਵਾ ਕਰਨ ਤੋਂ ਬਾਅਦ ਫਿਰ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਤੋਂ ਪਹਿਲਾਂ ਪਹਿਲਾਂ ਧੰਨ ਗੁਰੂ ਅੰਗਦ ਪਾਤਸ਼ਾਹ ਜੀ ਦੇ ਜਿਹੜੇ ਇਸ਼ਨਾਨ ਵਾਲਾ ਅਸਥਾਨ, ਜਿਸ ਚੌਂਕੀ ਤੇ ਬਹਿ ਕੇ, ਜਿਹਨੂੰ ਅੱਜ ਅਸੀਂ ਬਾਥਰੂਮ ਆਖਦੇ ਹਾਂ, ਉਸ ਬਾਥਰੂਮ ਦੇ ਵਿੱਚ ਉਸ ਜਿਹੜਾ ਵਾ ਉਸ ਨਲਕੇ ਦੇ ਵਿੱਚ ਉਸ ਚੌਂਕੀ ਦੇ ਲਾਗੇ ਗਾਗਰ ਰੱਖਣੀ ਲਿਆ ਕੇ, ਤੇ ਕਿੰਨਾ ਟਾਈਮ 12 ਕੁ ਜਾਣਾ ਤੇ 12 ਕੁ ਆਉਣਾ, ਫਿਰ ਜਲ ਲਿਆ ਕੇ ਇਸ਼ਨਾਨ ਕਰਵਾਉਣਾ। ਮਨ ਵਿੱਚ ਕੋਈ ਅਹੰਕਾਰ ਨਹੀਂ, ਮਨ ਦੇ ਅੰਦਰ ਕੋਈ ਵੀ ਐਸੀ ਅਵਸਥਾ ਨਹੀਂ ਕਦੇ ਆਈ ਕਿ ਗੁਰੂ ਦੇ ਨਾਲ ਗਿਲਾ ਕਰਾਂ ਪਾਤਸ਼ਾਹ ਕਿ ਮੈਂ ਥੱਕ ਜਾਂਦਾ, ਨਹੀਂ, ਸੇਵਾ ਹੈ। ਪਤਾ ਹੈ ਕਿ ਸੇਵਾ ਕਰਤ ਹੋਏ ਨਹਿ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਤੇ 12 ਸਾਲ ਸੇਵਾ ਕਰਦੇ ਰਹੇ, ਨਾ ਸਰਦੀ ਸਹੀ। ਤੇ ਜਦੋਂ ਕੁਝ ਸਮਾਂ ਇਹਨਾਂ 12 ਸਾਲਾਂ ਦੇ ਵਿੱਚੋਂ ਜਦੋਂ 62 ਸਾਲ ਦੀ ਉਮਰ ਵਿੱਚ ਆਏ ਨੇ, ਤੇ ਕੁਝ ਸਮਾਂ, ਕੁਝ ਸਾਲ ਲੰਘੇ ਨੇ ਨਾ, ਤੇ ਲੋਕ ਆਖਣ ਲੱਗੇ, ਵੇਖੋ ਇਹ ਅਮਰੂ ਜਿਹੜਾ ਹੈ, ਅਮਰਦਾਸ ਜੀ ਨੂੰ ਇਹ ਬਚਨ ਆਖੇ ਜਾਂਦੇ ਸਨ, ਜਿਹੜੇ ਮਨ ਦੀ ਮੱਤ ਪਿੱਛੇ ਤੁਰਨ ਵਾਲੇ। ਵੇਖੋ ਇਹ ਅਮਰੂ, ਇਹਨੂੰ ਘਰ-ਬਾਰ ਕੋਈ ਪੁੱਛਦਾ ਨਹੀਂ, ਇਹਦੇ ਧੀਆਂ ਪੁੱਤਰ ਨਹੀਂ ਇਹਨੂੰ ਪੁੱਛਦੇ, ਇਹ ਨੱਠ ਕੇ ਆ ਗਿਆ। ਅੱਜ ਵੀ ਕੋਈ ਸੇਵਾਦਾਰ ਗੁਰੂ ਘਰ ਵਿੱਚ ਆਏ ਨਾ, ਭਲੇ ਪੁਰਸ਼ਾਂ ਦੀ, ਸੰਤਾਂ ਦੀ ਸੰਗਤ ਕਰਨ ਵਾਸਤੇ, ਜਿਹਨੇ ਆਪਣੇ ਸੰਸਾਰੀ ਕਾਰ ਵਿਹਾਰ ਕਰ ਲਏ ਹੋਣ, ਤੇ ਕੁਝ ਮਹੀਨੇ ਆਣ ਕੇ, ਕੁਝ ਸਮਾਂ ਆਣ ਕੇ ਸੇਵਾ ਵਿੱਚ ਲੱਗਣਾ ਹੋਵੇ, ਤੇ ਸਾਡੇ ਇਹੀ ਬੋਲ ਹੁੰਦੇ ਨੇ, ਇਹ ਤੇ ਵਿਹਲਾ, ਇਹਨੂੰ ਤਾਂ ਕੋਈ ਪੁੱਛਣ ਵਾਲਾ ਨਹੀਂ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਵੀ ਗੱਲਾਂ ਹੋਈਆਂ, ਇੱਥੋਂ ਤੱਕ ਗੱਲਾਂ ਹੋਈਆਂ ਕਿ ਇੱਕ ਦਿਨ ਸਿਰ ਉੱਤੇ ਗਾਗਰ ਚੁੱਕੀ ਹੈ ਤੇ ਬਰਸਾਤ ਹੁੰਦੀ ਪਈ ਹੈ, ਤੇ ਬਰਸਾਤ ਦੇ ਨਾਲ ਹਨੇਰੀ ਚੱਲਦੀ ਪਈ ਹੈ, ਅੱਤ ਦੀ ਹਨੇਰੀ ਆ, ਅੱਤ ਦੀ, ਜਿਸ ਹਨੇਰੀ ਵਿੱਚ ਪੈਰ ਖੜਖੜਾਉਂਦੇ ਨੇ। ਪਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸਿਰ ਉੱਤੇ ਗਾਗਰ ਚੁੱਕੀ ਹਿੱਲਣ ਨਹੀਂ ਦਿੱਤੀ। ਤੁਰਦੇ ਆ ਰਹੇ ਨੇ, ਰਸਤੇ ਵਿੱਚ ਜੁਲਾਹੇ ਦੀ ਖੱਡੀ ਆਉਂਦੀ ਹੈ। ਖੱਡੀ ਸਮਝਦੇ ਨੇ, ਜਿੱਥੇ ਉੱਥੇ ਖੇਸ ਬਣਾਉਂਦੇ ਹੁੰਦੇ ਸਨ ਪੁਰਾਣੇ ਸਮੇਂ ਵਿੱਚ। ਵਿਹੜੇ ਦੇ ਬਾਹਰ ਜਿਹੜਾ ਵਿਹੜਾ ਸੀ ਨਾ ਘਰ ਦਾ, ਉਸ ਵਿਹੜੇ ਦੇ ਵਿੱਚ ਖੱਡੀਆਂ ਲਾਈਆਂ ਹੁੰਦੀਆਂ ਸਨ ਦਰਖਤ ਦੀ ਛਾਵੇਂ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਰਾਹ ਤੋਂ ਕੁਰਾਹੇ ਹੋ ਗਏ, ਭਾਵ ਰਾਹ ਛੱਡਿਆ ਗਿਆ ਹਨੇਰੇ ਵਿੱਚ, ਤੇ ਜੁਲਾਹੇ ਦਾ ਘਰ ਉਸ ਰਸਤੇ ਦੇ ਉੱਤੇ ਸੀ, ਤੇ ਉਸ ਖੱਡੀ ਦੇ ਨਾਲ ਟਕਰਾ ਕੇ ਡਿੱਗ ਪਏ, ਤੇ ਖੜਾਕ ਆਇਆ, ਜ਼ਬਰਦਸਤ ਖੜਾਕ ਆਇਆ ਉਸ ਤੂਫਾਨ ਦੇ ਵਿੱਚ। ਤੇ ਜੁਲਾਹੇ ਨੇ ਆਪਣੀ ਘਰਵਾਲੀ ਨੂੰ ਪੁੱਛਿਆ, ਭਗਵਾਨ ਨੇ ਕੀ ਹੋਇਆ, ਖੜਾਕ ਆਇਆ? ਤੇ ਉਸ ਸਮੇਂ ਜੁਲਾਹੇ ਨੇ ਆਖਿਆ, ਜੋ ਮਨ ਦੇ ਹਾਵ ਭਾਵ ਸਨ, ਕਿ ਹੋਰ ਤੇ ਕੁਝ ਨਹੀਂ ਡਿੱਗਾ, ਇਹ ਉਹੀ ਹੋਣਾ ਜਿਹੜਾ ਅਮਰੂ ਨਿਥਾਵਾਂ, ਜਿਹਨੂੰ ਥਾਂ ਕੋਈ ਨਹੀਂ, ਉਹੀ ਹੋਣਾ ਜਿਹੜਾ ਗੁਰੂ ਅੰਗਦ ਪਾਤਸ਼ਾਹ ਵਾਸਤੇ ਐਡੀ ਦੂਰ ਇੱਕ ਗਾਗਰ ਪਾਣੀ ਦੀ ਚੁੱਕ ਕੇ ਲਿਜਾਣ ਵਾਸਤੇ ਆਉਂਦਾ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੰਨਾਂ ਵਿੱਚ ਇਹ ਆਵਾਜ਼ ਪਈ, ਤੇ ਮਨ ਦੇ ਵਿੱਚ ਰੋਸ ਆਇਆ ਕਿ ਮੈਂ ਨਿਥਾਵਾਂ ਨਹੀਂ। ਜਿਹੜਾ ਸੱਚਾ ਬੰਦਾ ਹੈ ਉਹ ਤੇ ਇਹ ਸਮਝੇਗਾ ਨਾ, ਉਹ ਕਹਿੰਦਾ ਮੈਂ ਨਿਥਾਵਾਂ ਨਹੀਂ, ਇਹਨੇ ਮੈਨੂੰ ਨਿਥਾਵਾਂ ਕਿਹਾ, ਮੈਂ ਤੇ ਥਾਂ ਵਾਲਾ। ਤੇ ਆਵਾਜ਼ ਮਾਰ ਕੇ ਆਖੀ ਜੁਲਾਹੇ ਦੀ ਘਰਵਾਲੀ ਨੂੰ, ਜੁਲਾਹੇ ਨੂੰ ਆਵਾਜ਼ ਮਾਰੀ ਕਿ ਕਮਲੀਏ, ਮੈਂ ਨਿਥਾਵਾਂ ਨਹੀਂ, ਮੈਂ ਤੇ ਥਾਂ ਵਾਲਾ। ਮੈਂ ਤੇ ਉਸ ਥਾਂ ਵਾਲਾ ਜਿੱਥੇ ਸਾਰੀ ਕਾਇਨਾਤ ਆਣ ਕੇ ਸਿਜਦਾ ਕਰਦੀ ਹੈ। ਵੇਖੋ ਇੱਕ ਸੱਚੇ ਪੁਰਸ਼ ਦੇ ਬੋਲ, ਉੱਗੇ ਹੋਏ ਪੁਰਸ਼ ਦੇ ਬੋਲ। ਇਹ ਗੱਲ ਕਹਿ ਕੇ ਤੇ ਗਾਗਰ ਉਸੇ ਤਰ੍ਹਾਂ ਮੋਢੇ ਦੇ ਉੱਤੇ ਆ, ਆਪਣੇ ਆਪ ਨੂੰ ਸੰਭਲਦਿਆਂ ਹੋਇਆਂ ਹੌਲੀ ਹੌਲੀ ਫਿਰ ਆਣ ਕੇ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਜਿਹੜਾ ਇਸ਼ਨਾਨ ਕਰਵਾਉਂਦੇ ਨੇ। ਵੇਖੋ ਕਿੰਨੀ ਨਿਮਰਤਾ ਹੈ, ਸਾਰਾ ਹੀ ਰਾਬਤਾ ਹੋਇਆ, ਸਾਖੀ ਅਸੀਂ ਸੁਣੀ ਹੋਵੇਗੀ। ਤੇ ਗੁਰੂ ਅੰਗਦ ਪਾਤਸ਼ਾਹ ਜੀ ਨੇ
ਸਾਰੀ ਵਾਰਤਾ ਉਹ ਜਾਣਦੇ ਸਨ ਤੇ ਜਾਣਦਿਆਂ ਹੋਇਆਂ ਜਦੋਂ ਅਖੀਰ ਉੱਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਬਖਸ਼ਿਸ਼ ਮਿਲਣੀ ਸੀ ਨਾ, ਤੇ ਗੁਰੂ ਅੰਗਦ ਪਾਤਸ਼ਾਹ ਜੀ ਨੇ ਆਪ ਮੱਥਾ ਟੇਕ ਕੇ ਉਸ ਜੁਲਾਹੀ ਨੂੰ ਉਪਦੇਸ਼ ਕੀਤਾ ਸੀ ਕਿ ਜੁਲਾਹੀਏ, ਵੇਖ ਧੀਏ, ਇਹ ਥਾਂ ਵਾਲਾ ਹੈ, ਇਹ ਥਾਵਾਂ ਨਹੀਂ, ਇਹ ਥਾਂ ਵਾਲਾ ਹੈ। ਇਹ ਨਿਮਾਣਾ ਮਾਣ ਬਖਸ਼ਣ ਵਾਲਾ ਏ। ਨਿਮਾਣਿਆਂ ਨੂੰ ਮਾਣ, ਨਿਤਾਣਿਆਂ ਨੂੰ ਤਾਣ, ਨਿਉਟਿਆਂ ਨੂੰ ਊਟ, ਨਿਗਤਿਆਂ ਨੂੰ ਗੱਤ, ਨਿਪੱਤਿਆਂ ਨੂੰ ਪੱਤ, ਨਿਧਰਿਆਂ ਨੂੰ ਧਿਰ, ਨਿਆਸਰਿਆਂ ਨੂੰ ਆਸਰਾ, ਨਿਉਟਿਆਂ ਦੀ ਊਟ। ਇਹ ਬਖਸ਼ਿਸ਼ਾਂ ਕੀਤੀਆਂ ਨੇ। ਇਹ ਬਖਸ਼ਿਸ਼ਾਂ ਤੋਂ ਬਾਅਦ ਫਿਰ ਧੰਨ ਗੁਰੂ ਅੰਗਦ ਪਾਤਸ਼ਾਹ ਜੀ ਨੇ ਆਪ ਮੱਥਾ ਟੇਕ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਬਖਸ਼ੀ। ਗੁਰੂ ਪਾਤਸ਼ਾਹ ਜੀ ਨੇ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੱਦੀ ਉੱਤੇ ਬੈਠ ਕੇ ਭਲੇ ਕਰਮ ਕੀਤੇ। ਗੋਇੰਦਵਾਲ ਸਾਹਿਬ ਦੀ ਉਸਾਰੀ ਕਰਵਾਈ। ਵੈਸੇ ਤੇ ਇਹ ਪਹਿਲਾਂ ਹੀ ਉਸਾਰੀ ਹੋ ਗਈ ਸੀ, ਗੁਰਤਾ ਗੱਦੀ ਤੋਂ ਪਹਿਲਾਂ ਗੁਰੂ ਅੰਗਦ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਸ਼ਹਿਰ ਵਸਾਉਣਾ। ਇਹ ਸ਼ਹਿਰ ਵਸਾਇਆ ਤੇ ਇਸ ਸ਼ਹਿਰ ਦੇ ਵਿੱਚ ਫਿਰ ਪਾਣੀ ਦੀ ਘਾਟ ਹੋਣ ਕਰਕੇ ਇੱਕ ਬੌਲੀ ਦਾ ਨਿਰਮਾਣ ਕੀਤਾ, ਸਵੱਛ ਜਲ। ਉਸ ਜਲ ਦੇ ਨੂੰ ਜਿਹੜੀ ਉਹ ਕੋਈ ਵੀ ਊਚ ਨੀਚ, ਜਾਤ ਪਾਤ, ਸਭ ਜਾਤੀਆਂ ਦੇ ਜਿਹੜੇ ਨੇ ਉਸ ਬੌਲੀ ਦੇ ਵਿੱਚੋਂ ਜਿਹੜਾ ਸੀ ਉਹ ਜਲ ਛਕਦੇ ਸਨ। ਫਿਰ ਇਸੇ ਹੀ ਆਪਣੇ ਜੀਵਨ ਦੇ ਦੌਰਾਨ ਸਤੀ ਪ੍ਰਥਾ, ਲੋਕ ਆਪਣੀਆਂ ਧੀਆਂ ਨੂੰ ਜੇ ਪਤੀ ਮਰ ਜਾਣਾ ਤੇ ਪਤੀ ਦੇ ਨਾਲ ਹੀ ਸਤੀ ਕਰਾ ਦੇਣਾ, ਭਾਵ ਅੱਗ ਦੇ ਵਿੱਚ ਸਾੜ ਦੇਣਾ। ਉਹ ਸਤੀ ਪ੍ਰਥਾ ਜਿਹੜੀ ਆ ਉਹ ਵੀ ਬੰਦ ਕਰਾਈ। ਇਹ ਗੱਲ ਆਖੀ ਕਿ ਜੇ ਇੱਕ ਪਤੀ ਦੀ ਪਤਨੀ ਚੜ੍ਹਾਈ ਕਰ ਜਾਂਦੀ ਹੈ ਤੇ ਉਹ ਦੂਜਾ ਵਿਆਹ ਕਰ ਸਕਦਾ, ਤੇ ਉਹ ਧੀ ਕਿਉਂ ਨਹੀਂ, ਜਾਂ ਆਪਣੇ ਬੱਚਿਆਂ ਨਾਲ ਕਿਉਂ ਨਹੀਂ ਰਹਿ ਸਕਦੀ। ਬੜੀ ਰਹਿਮਤ ਕੀਤੀ ਹੈ ਭੈਣਾਂ ਦੇ ਉੱਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ। ਆ ਜਿਹੜਾ ਘੁੰਡ ਕੱਢਦੀਆਂ ਨਾ ਬੀਬੀਆਂ, ਅੱਜ ਵੀ ਸਹੁਰਾ ਆ ਜਾਵੇ ਜਾਂ ਘਰ ਦੇ ਵਿੱਚ ਕੋਈ ਬੇਗਾਨਾ ਆ ਜਾਵੇ ਤੇ ਧੀਆਂ ਭੈਣਾਂ ਜਿਹੜੀਆਂ ਨੇ, ਨਹੁੰਆਂ ਜਿਹੜੀਆਂ ਨੇ ਖਾਸ ਕਰਕੇ, ਉਹ ਆਪਣੇ ਅੱਗੇ ਪਰਦਾ ਕਰ ਲੈਂਦੀਆਂ ਨੇ ਚੁੰਨੀ ਦਾ। ਇਹ ਪਰਦੇ ਦੀ ਪ੍ਰਥਾ ਵੀ ਜਿਹੜੀ ਸੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਦੂਰ ਕੀਤੀ ਤੇ ਆਖਿਆ, ਧੀਓ ਤੁਸੀਂ ਪਰਦਾ ਨਹੀਂ ਕੱਢਣਾ, ਤੁਸੀਂ ਉਸ ਰੱਬ ਦੇ ਨਾਮ ਦੇ ਨਾਲ ਜੁੜ ਕੇ ਤੇ ਪਰਦਾ ਕਰਨਾ ਹੈ। ਤੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਇਹਨਾਂ ਵੱਲੋਂ ਪਰਦਾ ਕਰਨਾ ਹੈ। ਦਇਆ, ਧਰਮ, ਸਤ, ਸੰਤੋਖ, ਇਹਦੇ ਵੱਲੋਂ ਪਰਦਾ ਨਹੀਂ ਕਰਨਾ। ਸੋ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਜਿਨ੍ਹਾਂ ਦਾ ਅੱਜ ਜੋਤੀ ਜੋਤ ਪੁਰਬ ਹੈ, ਜ਼ਿਆਦਾ ਸਮਾਂ ਨਾ ਮੈਂ ਲਵਾਂ। ਅਖੀਰ ਵਿੱਚ ਇਹ ਬੇਨਤੀ ਕਰਾਂਗਾ ਕਿ 95 ਸਾਲ ਉਹਨਾਂ ਨੇ ਆਪਣੀ ਉਮਰ ਭੋਗੀ ਤੇ ਭਲਾਈ ਦੇ ਕਰਮ ਕਰਦਿਆਂ ਕਰਦਿਆਂ ਇਸ ਸੰਸਾਰ ਦੇ ਉੱਤੇ ਗੁਰਤਾ ਗੱਦੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਬਖਸ਼ ਕੇ, ਇਹ ਵੀ ਇੱਕ ਬੜੀ ਵੱਡੀ ਸਾਖੀ ਹੈ। ਇਤਿਹਾਸਕ ਦਿਨ ਆਏਗਾ ਤਾਂ ਅਸੀਂ ਜ਼ਰੂਰ ਸਾਂਝੀ ਕਰਾਂਗੇ, ਜਿਸ ਬਾਬਤ ਬਾਬਾ ਸੁੰਦਰ ਜੀ ਨੇ ਬੜਾ ਸੋਹਣਾ ਉਲੇਖ ਕੀਤਾ ਤੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਉਸ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕੀਤਾ ਕਿ ਸਤਿਗੁਰ ਪੁਰਖ ਜੇ ਬੋਲਿਆ, ਗੁਰ ਸਿੱਖਾਂ ਮੰਨ ਲਈ ਰਜਾਈ ਜੀਓ, ਮੋਹਰੀ ਪੁੱਤ ਸਨਮੁਖ ਹੋਇਆ, ਰਾਮ ਦਾਸੈ ਪੈਰੀ ਪਾਏ ਜੀਓ, ਸਭ ਪਵੈ ਪੈਰੀ ਸਤਿਗੁਰੂ ਕੇਰੀ, ਜਿੱਥੈ ਗੁਰੂ ਆਪ ਰੱਖਿਆ, ਕੋਈ ਕਾਰ ਬਖੀਲੀ ਨਿਵੈ ਨਾਹੀਂ, ਫਿਰ ਸਤਿਗੁਰ ਆਣ ਨਿਵਾਇਆ, ਹਰ ਗ੍ਰਹਿ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜਾਏ ਜੀਓ, ਕਹੈ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀਓ। ਸਾਰਾ ਜਗਤ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅੱਗੇ ਸੀਸ ਝੁਕਾਉਂਦਾ ਹੈ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਜੋਤੀ ਜੋ ਸਮਾਉਂਦੇ ਨੇ। 1574 ਈਸਵੀ ਨੂੰ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਜੋਤੀ ਜੋ ਸਮਾ ਕੇ ਉਸ ਪਰਮਾਤਮਾ ਵਿੱਚ ਲੀਨ ਹੋ ਜਾਂਦੇ ਨੇ, ਇਸ ਸਰੀਰ ਨੂੰ ਛੱਡ ਜਾਂਦੇ ਨੇ। ਸੋ
ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਗੁਰੂ ਸਾਹਿਬ ਰਹਿਮਤ ਕਰਨ ਜਿਹੜੇ ਉਹਨਾਂ ਨੇ ਪੂਰਨੇ ਪਾਏ ਸਨ। ਸਤੀ ਪ੍ਰਥਾ ਤੇ ਖਤਮ ਹੋ ਗਈ, ਪਰ ਪਰਦੇ ਦੀ ਪ੍ਰਥਾ ਜਿਹੜੀ ਹੈ ਨਾ ਉਹ ਅਜੇ ਵੀ ਚੱਲਦੀ ਹੈ। ਤੇ ਅਸੀਂ ਜ਼ਰੂਰ ਜਿਹੜਾ ਪਰਦਾ ਕਰਦੇ ਆ ਨਾ, ਅੱਜ ਵੀ ਕਈ ਧੀ ਘਰ ਵਿੱਚ ਵਿਆਹ ਕੇ ਆਈ ਹੋਵੇ ਨਾ, ਜਿਹੜੀ ਨੂੰਹ ਬਣ ਕੇ ਆਉਂਦੀ ਹੈ, ਵੈਸੇ ਤੇ ਅਸੀਂ ਉਹਨੂੰ ਧੀ ਦਾ ਦਰਜਾ ਦਿੰਦੇ ਨਹੀਂ, ਦੇਣਾ ਚਾਹੀਦਾ, ਪਰ ਉਸ ਧੀ ਭੈਣ ਨੂੰ ਚਾਹੀਦਾ ਕਿ ਹੁਣ ਜਿਹੜਾ ਪਰਦਾ ਵਾ ਇਹ ਨਹੀਂ ਕਰਨਾ, ਕਿਉਂਕਿ ਸਾਡੇ ਜਿਹੜੇ ਸਹੁਰਾ ਸਾਹਿਬ ਆ ਉਹ ਪਿਓ ਦੇ ਬਰਾਬਰ ਹੈ, ਪਿਤਾ ਜਾਨਣਾ। ਅਸੀਂ ਸਿੱਖ ਰਹਿਤ ਮਰਜ਼ਾਦਾ ਵਿੱਚ ਵੀ ਪੜ੍ਹਿਆ, ਤੇ ਦਿਓਰ ਨੂੰ, ਜੇਠਾਂ ਨੂੰ ਭਰਾ ਜਾਨਣਾ। ਇਹ ਸਾਰੀ ਸਿੱਖਿਆ ਜਿਹੜੀ ਅਸੀਂ ਸਿੱਖ ਰਹਿਤ ਮਰਜ਼ਾਦਾ ਵਿੱਚ ਵੀ ਪੜ੍ਹੀ ਹੈ। ਇਸ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਸੀਸ ਝੁਕਦਾ ਹੈ, ਜਿਨ੍ਹਾਂ ਨੇ ਇਹ ਪ੍ਰਥਾ ਬੰਦ ਕੀਤੀਆਂ। ਸਾਨੂੰ ਲੋੜ ਹੈ ਉਹਨਾਂ ਦੀ ਸਿੱਖਿਆ ਉੱਤੇ ਚੱਲਣ ਦੀ। ਹੋਈਆਂ ਭੁੱਲਾਂ ਦੀ ਖਿਮਾ। ਜੇ ਕਿਸੇ ਦਾ ਕੋਈ ਅੱਜ ਦੀ ਕਲਾਸ ਬਾਬਤ ਕੋਈ ਸਵਾਲ ਹੋਵੇ ਜਾਂ ਜੇ ਸੰਥਿਆ ਕਰਾਈ ਉਸ ਬਾਬਤ, ਤੇ ਉਹ ਜ਼ਰੂਰ ਕਰ ਸਕਦਾ ਹੈ। ਤੁਹਾਡੇ ਮਾਈਕ ਜਿਹੜੇ ਨੇ ਗਿਆਨੀ ਲਖਬੀਰ ਸਿੰਘ ਜੀ ਆਨ ਕਰ ਦਿੰਦੇ ਨੇ, ਸੋ ਆਨ ਹੋ ਗਏ ਨੇ। ਜੇ ਕਿਸੇ ਨੇ ਸਵਾਲ ਕਰਨਾ ਉਹ ਕਰ ਸਕਦਾ। ਦਾਸ ਨਾਲ ਇੱਥੇ ਹੀ ਫਤਿਹ ਦੀ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸੇ ਦਾ ਕੋਈ ਸਵਾਲ ਹੋਵੇ ਤੇ ਉਹ ਜ਼ਰੂਰ ਕਰ ਸਕਦਾ ਜੀ, ਆਪਣਾ ਮਾਈਕ ਜਿਹੜਾ ਵਾ ਉਹ ਅਨਮਿਊਟ ਕਰਕੇ। ਵਾਹਿਗੁਰੂ ਜੀ। ਠੀਕ ਆ ਜੀ। ਇੱਥੇ ਹਾਂਜੀ, ਗੁਰਪ੍ਰਤਾਪ ਜੀ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਵੀਰ ਜੀ ਆਵਾਜ਼ ਆ ਰਹੀ ਮੇਰੀ? ਹਾਂਜੀ, ਆਵਾਜ਼ ਆ ਰਹੀ ਵੀਰ ਜੀ? ਹਾਂਜੀ ਆ ਰਹੀ ਜੀ, ਆ ਰਹੀ ਜੀ। ਹਾਂਜੀ ਵੀਰ ਜੀ, ਸਵਾਲ ਹੀ ਮੇਰਾ ਕਿ ਇੱਕ ਵਾਰੀ ਦੱਸਣਾ ਕਰਿਓ ਕਿ ਭਗਤਾਂ ਦੇ ਵਿੱਚ ਤੇ ਭੱਟਾਂ ਦੇ ਵਿੱਚ ਕੀ ਮਤਲਬ ਅੰਤਰ ਕੀ ਹੈ ਐਗਜ਼ੈਕਟਲੀ? ਭਗਤਾਂ ਤੇ ਭੱਟਾਂ ਵਿੱਚ ਕੀ ਫਰਕ ਹੈ? ਹਾਂਜੀ ਹਾਂਜੀ ਵੀਰ ਜੀ। ਹਾਂਜੀ ਇੱਕ ਮਿੰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਆਪ ਜੀ ਦਾ ਸਵਾਲ ਹੈ ਕਿ ਭਗਤ ਤੇ ਭੱਟ ਸਾਹਿਬਾਨਾਂ ਵਿੱਚ ਕੀ ਫਰਕ ਹੈ? ਹਾਂਜੀ। ਭਗਤ ਕਬੀਰ ਸਾਹਿਬ ਵਰਗੇ ਹੋਏ। ਅਸਲ ਵਿੱਚ ਸ਼ਬਦ ਜਿਹੜਾ ਭਗਤ ਤੇ ਭੱਟ ਜਿਹੜੇ ਆ ਨਾ, ਇਹ ਉਸਤਤ ਕਰਨ ਵਾਲੇ ਕਵੀ ਹੁੰਦੇ ਵੀ ਭਗਤ ਸੀਗੇ, ਕਿਉਂਕਿ ਜੇ ਭਗਤ ਨਹੀਂ ਸੀ ਤੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨਹੀਂ ਕੀਤੀ ਜਾ ਸਕਦੀ। ਬਟ ਜਿਹੜਾ ਭੱਟ ਵਰਲਡ ਹੈ ਨਾ, ਉਹਦਾ ਮੀਨਿੰਗ ਇਹ ਆ ਕਿ ਜਿਹੜੇ ਉਸਤਤ ਕਰਨ ਵਾਲੇ ਕਵੀ ਹੁੰਦੇ ਨੇ। ਪਹਿਲਾਂ ਰਾਜਿਆਂ ਦੇ ਦਰਬਾਰਾਂ ਵਿੱਚ ਵੀ ਭੱਟ ਹੁੰਦੇ ਸਨ, ਜਿਹੜੇ ਉਹਨਾਂ ਰਾਜਿਆਂ ਦੀ ਉਸਤਤ ਵਡਿਆਈ ਕਰਦੇ ਸੀ ਉੱਥੇ। ਫਿਰ ਉਹ ਇੱਕ ਵੱਖਰੀ ਟਾਈਪ ਦੇ ਸੀ, ਜਿਹੜੇ ਸਿਰਫ ਅਸੀਂ ਕਹਿ ਲਈਏ ਚਾਪਲੂਸੀ ਕਰਦੇ ਰਾਜਿਆਂ ਦੀ। ਬਟ ਇਹ ਜਿਹੜੇ ਭੱਟ ਨੇ, ਇਹਨਾਂ ਗੁਰੂ ਸਾਹਿਬ ਦੀ ਉਪਮਾ ਕੀਤੀ, ਗੁਰੂ ਤੋਂ ਰਹਿਮਤਾਂ ਲੈ ਕੇ ਹੈਗੇ ਇਹ ਵੀ ਭਗਤ ਨੇ। ਇਹ ਨਹੀਂ ਅਸੀਂ ਕਹਿ ਸਕਦੇ ਕਿ ਭਗਤ ਨਹੀਂ। ਜਿਹੜੇ ਸਿੱਖਾਂ ਦੀ ਬਾਣੀ ਹੈ, ਉਹ ਸਿੱਖ ਵੀ ਭਗਤ ਨੇ, ਉਹ ਵੀ ਬੰਦਗੀ ਕਰਨ ਵਾਲੇ ਆ। ਐਵੇਂ ਕਿਸੇ ਦੀ ਬਾਣੀ ਨਹੀਂ ਦਰਜ ਹੋ ਸਕਦੀ। ਐਕਚੁਅਲੀ ਇਹ ਭੱਟ ਜਿਹੜੇ ਆ ਨਾ, ਇਹਨਾਂ ਨੇ ਆਪਣਾ ਜੀਵਨ ਥੋੜਾ ਜਿਹਾ ਆਪਣੇ ਸਵਈਆਂ ਵਿੱਚ, ਬਾਣੀ ਵਿੱਚ ਦੱਸਿਆ ਹੈ ਕਿ ਰਹਿਓ ਸੰਤ ਹੋਂ ਟੋਲ ਸਾਧ ਬਹੁ ਤੇਰੇ, ਡਿਠੇ ਸੰਨਿਆਸੀ ਤਪਸੀ ਹੈ ਮੁਖੋਂ ਇਹ ਪੰਡਿਤ ਮਿੱਠੇ, ਬਰਸ ਏਕ ਹੋਂ ਫਿਰਿਓ ਕਿਨੈ ਨਹ ਪਰਚੋ ਪਾਇਓ, ਰਹਿਤਿਓ ਰਹਿਤੀ ਖੁਸ਼ੀ ਕਹਿਤ ਕੋ ਖੁਸ਼ੀ ਨਾ ਆਇਓ। ਮਤਲਬ ਰਹਿਤ ਹੋਰ ਸੀ, ਕਹਿਣੀ ਹੋਰ ਸੀ। ਆਖਿਆ ਫਿਰ ਜਦੋਂ ਅਸੀਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਕੇ ਲੱਗੇ ਹਾਂ ਤੇ ਫਿਰ ਸਾਨੂੰ ਰਹਿਮਤਾਂ ਮਿਲੀਆਂ। ਵਰਲਡ ਇੱਕ ਅਲੱਗ ਹੋ ਸਕਦਾ ਹੈ, ਕਿਉਂਕਿ ਉਸਤਤ ਕਰਨ ਵਾਲੇ ਕਵੀ ਸੀ, ਇਸ ਕਰਕੇ ਇਹਨਾਂ ਨੂੰ ਭੱਟ ਕਿਹਾ ਜਾਂਦਾ ਹੈ। ਜਿਹੜੇ ਭਗਤ ਸਾਹਿਬਾਨ ਨੇ, ਉਹਨਾਂ ਨੇ ਆਪਣੀ ਜੀਵਨ ਵਿੱਚ ਇੰਨੀ ਕੁ ਬੰਦਗੀ ਕੀਤੀ ਤੇ ਉਹਨਾਂ ਲਈ ਗੁਰੂ ਸਾਹਿਬ ਨੇ ਅਲੱਗ ਸ਼ਬਦ ਜਿਹੜਾ ਉਹ ਭੱਟ ਯੂਜ਼ ਕੀਤਾ ਹੈ। ਸਾਰੇ ਹੀ ਭਗਤ ਸਨ, ਭਾਵੇਂ ਜਿਨ੍ਹਾਂ ਸਿੱਖਾਂ ਦੀ ਬਾਣੀ ਹੈ ਉਹ ਵੀ ਭਗਤ ਨੇ। ਬਾਬਾ ਮੋਹਰੀ ਜੀ, ਮੋਹਰੀ ਪੁੱਤ ਸਨਮੁਖ ਹੋਇਆ, ਉਹ ਵਾਹਿਗੁਰੂ। ਬਾਬਾ ਸੁੰਦਰ ਜੀ, ਜਿਨ੍ਹਾਂ ਨੇ ਲਿਖਿਆ ਮੋਹਰੀ ਪੁੱਤ ਸਨਮੁਖ ਹੋਇਆ, ਭਗਤਾਂ ਦੀ ਸ਼੍ਰੇਣੀ ਵਿੱਚ ਆਉਣਗੇ। ਬਟ ਗੁਰੂ ਸਾਹਿਬ ਨੇ ਇੱਕ ਕੈਟੇਗਰੀ ਜਿਹੜੀ ਹੈ ਨਾ, ਉਹ ਵੱਖਰੀ ਦੇ ਦਿੱਤੀ ਹੈ, ਭਗਤਾਂ ਨੂੰ, ਇੱਕ ਭੱਟਾਂ ਨੂੰ, ਤੇ ਸਿੱਖ ਸ਼ਬਦ ਜਿਹੜੇ ਗੁਰਸਿੱਖ ਸ਼ਬਦ ਉਹਨਾਂ ਦੇ ਵਾਸਤੇ ਵਰਤੇ ਹਨ। ਹਾਂਜੀ ਹਾਂਜੀ ਵੀਰ ਜੀ, ਇਹ ਕਲੀਅਰ ਹੋ ਗਿਆ। ਤੇ ਜਿੱਦਾਂ ਹੁਣ ਸਵਈਏ ਦੇ ਜੋ ਅਸੀਂ ਸਮਝੇ ਹਾਂ ਕਿ ਜੋ ਭੱਟਾਂ ਦੇ ਸਵਈਏ ਸੀ ਉਹ ਮਹਾਰਾਜ ਜੀ ਦੀ ਉਸਤਤ ਕਰਦੇ ਹੁੰਦੇ ਸੀ, ਤੇ ਇਸ ਤਰ੍ਹਾਂ ਜਿੱਦਾਂ ਸਵਈਏ ਆਉਂਦੇ ਆ ਗੁਰੂ ਸਾਹਿਬ 'ਚ, ਫਿਰ ਪੌੜੀ ਆਉਂਦੀ ਆ, ਸਲੋਕ ਆਉਂਦੇ, ਦੋਹਰੇ ਆਉਂਦੇ,
ਤੇ ਜਾਂ ਤਾਂ ਹੁਣ ਜਾਂ ਫਿਰ ਜੇ ਤੁਹਾਨੂੰ ਲੱਗਦਾ ਥੋੜਾ ਜ਼ਿਆਦਾ ਟਾਈਮ ਲੱਗੂਗਾ ਤੇ ਕਿਸੇ ਹੋਰ ਕਲਾਸ 'ਚ ਇਹਨਾਂ ਸਾਰਿਆਂ ਦਾ ਕੀ ਮਹੱਤਵਤਾ ਵਾ, ਕੀ ਇਹਨਾਂ ਦੇ ਡਿਫਰੈਂਸਸ ਕੀ ਆ, ਉਹ ਵੀ ਇੱਕ ਵਾਰੀ ਦੱਸੋ। ਨਹੀਂ ਉਹ ਤੇ ਆਪਾਂ ਥੋੜਾ ਜਿਹਾ ਮੈਂ ਤੁਹਾਨੂੰ ਹੁਣੇ ਹੀ ਇੱਥੇ ਕਲੀਅਰ ਕਰ ਸਕਦਾ ਇਹਦੇ ਬਾਰੇ ਤੇ, ਹਾਂਜੀ ਕਿ ਹਾਂਜੀ ਜਿਹੜੇ ਇਸ ਭੱਟਾਂ ਦੇ ਓਨਲੀ ਸਵਈਏ ਹੀ ਹਨ। ਇਹ ਬਿਨਾਂ ਰਾਗਾਂ ਤੋਂ ਬਾਣੀ ਹੈ, ਇਹ ਰਾਗਾਂ ਦੇ ਵਿੱਚ ਨਹੀਂ ਹੈ। ਇਹ ਜਿਹੜਾ ਲਾਸਟ ਵਾਲਾ ਰਾਗ ਹੈ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੈਜਵੰਤੀ, ਇਹ ਉਸ ਤੋਂ ਬਾਅਦ ਜਿਹੜੀ ਬਿਨਾਂ ਰਾਗਾਂ ਵਾਲੀ ਬਾਣੀ ਹੈ, ਜਿਹਦੇ ਵਿੱਚ ਸ਼ਲੋਕ ਸਹਿਸਕ੍ਰਿਤੀ ਆਏ, ਜਿਹਦੇ ਵਿੱਚ ਕੀ ਨਾਮ ਹੈ, ਜਿਹਦੇ ਵਿੱਚ ਗਾਥਾ ਆਇਆ, ਫੁਨਹੇ ਆਇਆ, ਫਿਰ ਕਬੀਰ ਸਾਹਿਬ ਜੀ ਦੇ ਸ਼ਲੋਕ, ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕ, ਭੱਟਾਂ ਦੇ ਸਵਈਏ ਆਏ, ਇਹ ਜਿਹੜੇ ਆ ਨਾ ਉਸ ਤੋਂ ਬਾਅਦ ਆਏ ਲਾਸਟ ਤੇ ਸ਼ਲੋਕ ਵਾਰਾਂ ਤੇ ਵਧੀਕ। ਐਕਚੁਅਲੀ ਇਹ ਨਾ ਇਹ ਬਾਣੀ ਦੇ ਪ੍ਰਥਾਇਕ ਨੌਲੇਜ ਵਾਲਾ ਵੱਖਰਾ ਮੈਟਰ ਵੀ ਹੈ। ਜਿਹੜੇ ਤੁਸੀਂ ਸ਼ਲੋਕ ਕਹੇ ਨਾ, ਪੌੜੀਆਂ ਦੇ ਨਾਲ ਵਾਰਾਂ ਵਿੱਚ ਸ਼ਲੋਕ ਲਾਏ ਨੇ ਜਿਹੜੇ, ਉਹਨਾਂ ਸ਼ਲੋਕਾਂ ਤੋਂ ਕੁਝ ਸ਼ਲੋਕ ਵੱਧ ਗਏ, ਫਿਰ ਐਕਸਟਰਾ ਰਹਿ ਗਏ। ਫਿਰ ਉਹ ਗੁਰੂ ਸਾਹਿਬ ਨੇ ਉਹਨੂੰ ਟਾਈਟਲ ਹੀ ਦੇਤਾ ਵਾਰਾਂ ਤੇ ਵਧੀਕ। ਜਿਹੜੇ ਸ਼ਲੋਕ ਵਾਰਾਂ ਤੋਂ ਵੱਧ ਗਏ ਨਾ, ਉਹ ਲਾਸਟ ਤੇ ਦਰਜ ਕੀਤੇ। ਇਹ ਇਸ ਤਰ੍ਹਾਂ ਹੀ ਹੈ ਕਿ ਭੱਟਾਂ ਦੇ ਜਿਹੜੇ ਨੇ ਉਹ ਇਕੱਲੇ ਸਵਈਏ ਹੀ ਨੇ, ਤੇ ਉਹ ਇੱਕ ਵੱਖਰੀ ਜਗ੍ਹਾ ਤੇ ਹੀ ਨੇ ਸਭ ਤੋਂ, ਮਤਲਬ ਕਬੀਰ ਸਾਹਿਬ ਰਾਂ ਦੇ ਸ਼ਲੋਕਾਂ ਤੋਂ, ਫਰੀਦ ਸਾਹਿਬ ਦੇ ਸ਼ਲੋਕਾਂ ਤੋਂ ਬਾਅਦ ਨੇ ਇਹ। ਤੇ ਇਹਦਾ ਟਾਈਟਲ ਵੀ ਜਿਹੜੇ ਆ ਉਹ ਭੱਟਾਂ ਦੇ ਸਵਈਏ ਕਰਕੇ, ਮਤਲਬ ਫਿਰ ਇਹਨਾਂ ਨੇ ਵਡਿਆਈ ਕੀਤੀ ਗੁਰੂ ਨਾਨਕ ਸਾਹਿਬ ਜੀ ਦੀ, ਗੁਰੂ ਅੰਗਦ ਦੇਵ ਜੀ ਦੀ, ਗੁਰੂ ਅਮਰਦਾਸ ਜੀ ਦੀ, ਗੁਰੂ ਰਾਮਦਾਸ ਸਾਹਿਬ ਜੀ ਦੀ, ਗੁਰੂ ਅਰਜਨ ਦੇਵ ਜੀ ਦੀ। ਉਹ ਪੰਜਾਂ ਦੇ ਵੱਖੋ ਵੱਖ ਟਾਈਟਲ ਦੇ ਕੇ ਜਿਹੜੇ ਉਹ ਦਰਜ ਕੀਤੇ ਗਏ ਨੇ ਭੱਟਾਂ ਦੇ ਸਵਈਏ। ਬਾਕੀ ਜਿਹੜੀ ਪੌੜੀ ਹੈ, ਜੋ ਸ਼ਲੋਕ ਨੇ, ਉਹ ਇਹਨਾਂ ਦੇ ਵਿੱਚ ਮਤਲਬ ਇਹਨਾਂ ਦਾ ਕੁਝ ਵੀ ਨਹੀਂ ਹੈ, ਇਹ ਲਾਸਟ ਤੇ ਹੀ ਦਿੱਤੇ ਗਏ ਨੇ। ਹਾਂਜੀ, ਬਾਕੀ ਜੇ ਤੁਸੀਂ ਕਹੋਗੇ ਤੇ ਇੱਕ ਕਲਾਸ ਹੈ, ਬਟ ਉਹ ਥੋੜੇ ਦਿਨ ਆਪਾਂ ਨੂੰ ਵੇਟ ਕਰਨਾ ਪਏਗਾ, ਕਿਉਂਕਿ ਰੈਗੂਲਰ ਕਲਾਸਾਂ ਸਵੇਰ ਸ਼ਾਮ ਦੀ ਚੱਲ ਰਹੀ ਹੈ। ਤੇ ਉਸ ਤੋਂ ਬਾਅਦ ਤੁਸੀਂ ਮਾਈਂਡ ਵਿੱਚ ਰੱਖੋ, ਯਾਦ ਕਰਾਓ, ਤੇ ਇੱਕ ਪੂਰੀ ਗੁਰਬਾਣੀ ਦੀ ਜਿਹੜੀ ਕਲਾਸ ਆਪਾਂ ਉਹ ਜ਼ਰੂਰ ਲਵਾਂਗੇ ਫਿਰ। ਬਿਲਕੁਲ ਬਿਲਕੁਲ। ਹਾਂਜੀ ਗੁਰਪ੍ਰਤਾਪ ਸਿੰਘ ਜੀ, ਠੀਕ ਹੈ ਜੀ। ਹਾਂਜੀ ਹਾਂਜੀ ਵੀਰ ਜੀ, ਹਾਂਜੀ ਬਿਲਕੁਲ। ਓਕੇ ਜੀ। ਕਿਸੇ ਹੋਰ ਦਾ ਕੋਈ ਸਵਾਲ ਹੈ ਜੀ? ਮਨਪ੍ਰੀਤ ਕੌਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂਜੀ, ਵਾਹਿਗੁਰੂ ਜੀ, ਜਿਹੜੀ ਸਵੇਰੇ ਤੁਸੀਂ ਕਥਾ ਕਰਦੇ ਪਏ ਸੀ, ਉਹਦੇ ਵਿੱਚ ਤੁਸੀਂ 36 ਯੁੱਗ ਬਾਰੇ ਤੇ 4 ਯੁੱਗ ਬਾਰੇ ਦੱਸਿਆ ਸੀ। 36 ਯੁੱਗ ਦਾ ਅਰਥ ਇਹ ਸੀ ਕਿ ਜਿਹੜੀ ਵੀ ਮਤਲਬ ਜਿਹੜੀ ਕਿ ਜੂਨਾਂ ਤੋਂ ਆਪਾਂ ਰਹਿਤ ਹੋ ਜਾਂਦੇ, ਉਹ 36 ਯੁੱਗਾਂ ਦੇ ਵਿੱਚ ਆ ਜਾਂਦੀ ਆ। ਕਿ ਮੈਂ ਇਹ ਜਾਣ ਸਕਦੀ ਆ ਕਿ ਉਹ 4 ਯੁੱਗ ਕਿਹੜੇ ਸੀ? ਐਕਚੁਅਲੀ ਸਵੇਰੇ ਭਾਈ ਲਖਬੀਰ ਸਿੰਘ ਜੀ ਦੀ ਕਲਾਸ ਸੀ, ਤੇ ਮੈਂ ਮਾਈਕ ਉਹਨਾਂ ਨੂੰ ਦੇ ਰਿਹਾ। ਹਾਂਜੀ ਹਾਂਜੀ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲ 'ਚ ਉਹ ਦੋ ਵੱਖ-ਵੱਖ ਸਨ। ਤੁਸੀਂ ਜਿਹੜੀ ਗੱਲ ਕਰ ਰਹੇ ਸੀ, ਹਾਂਜੀ ਉਹ ਨਾ ਵਾਹਿਗੁਰੂ ਸ਼ਬਦ ਦਾ ਜਿਹੜਾ ਸੀ ਨਾ, ਉਹ ਮੀਨਿੰਗ ਸੀ 36 ਯੁਗਾਂ ਦਾ ਫਲ ਸਤਿਗੁਰਾਂ ਨੇ ਕਿਹਾ ਸੀ, 9 ਯੁਗਾਂ ਦੇ ਹਿਸਾਬ ਦੇ ਨਾਲ। ਤੇ ਜੀ ਉਹ ਤੁਸੀਂ ਨਾ YouTube ਤੋਂ ਕਲਾਸ ਦੁਆਰਾ ਸੁਣ ਸਕਦੇ ਹੋ। ਤੇ ਉਹਦੇ ਵਿੱਚ ਆ ਮਤਲਬ ਉਹ ਅਲੱਗ ਸੀ, ਤੇ ਜਿਹੜਾ ਕਰਮ ਸਿਧਾਂਤ ਸੀ ਉਹ ਅਲੱਗ ਸੀ। ਤੇ ਜਿਵੇਂ ਕਰਮ ਜਿਹੜੇ ਸੀ ਸਤਿਗੁਰਾਂ ਨੇ ਦੱਸੇ ਸੀ, ਉਹ ਅਲੱਗ ਸੀ, ਤੇ ਇਹ ਜਿਹੜਾ ਯੁਗਾਂ ਦੀ ਗੱਲ ਸੀ ਇਹ ਅਲੱਗ ਸੀ। ਉਹ ਤੁਸੀਂ ਇੱਕ ਵਾਰੀ ਸੁਣ ਲਓ ਤੇ ਫਿਰ ਹਾਂਜੀ ਉਹ ਬਾਤ ਸੀ। ਹਾਂਜੀ, ਕਲਾਸ ਜਿਹੜੀ ਆ ਉਹ ਤੁਹਾਨੂੰ YouTube ਤੋਂ ਮਿਲ ਜੇਗੀ, ਤੇ ਜੀ ਗਰੁੱਪ ਦੇ ਵਿੱਚ ਪਾਈ ਹੋਈ ਆ, ਤੇ ਤੁਸੀਂ ਉਸ ਇੱਕ ਵਾਰੀ ਸੁਣ ਸਕਦੇ ਹੋ। ਤੇ ਜੇ ਫਿਰ ਵੀ ਤੁਹਾਨੂੰ ਕੋਈ ਡਾਊਟ ਹੋਏਗਾ, ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰ ਲਵਾਂਗੇ। ਠੀਕ ਹੈ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ। ਹੋਰ ਕਿਸੇ ਦਾ ਸਵਾਲ ਹੋਵੇ? ਵਾਹਿਗੁਰੂ। ਠੀਕ ਹੈ ਜੀ, ਸਮਾਪਤੀ ਕਰੀਏ। ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸੋ ਬੁਲਾਓ ਫਤਿਹ। ਹਾਂਜੀ, ਕਮਲਜੀਤ ਕੌਰ ਜੀ, ਆਪ ਜੀ ਨੇ ਕੋਈ ਸਵਾਲ ਕਰਨਾ? ਨਹੀਂ ਜੀ ਬਾਬਾ ਜੀ, ਫਤਿਹ ਬੁਲਾਉਣ ਨੂੰ ਮੈਂ ਚਲੋ ਜੀ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।